ਜਿਹੜੇ ਦਿਲ ਦੇ ਮਰੀਜ਼ ਹੈਗੇ, ਜੇ ਅਸੀਂ ਉਹਨਾਂ ਨੂੰ ਪਹਿਲੇ ਜਿੰਨੀ ਐਕਸਰਸਾਈਜ਼ ਦੱਸੀ ਹੁੰਦੀ ਜਿੰਨੀ ਹੈ, ਉਹਨਾਂ ਤੋਂ ਵੀ ਉਹਨਾਂ ਨੇ ਘਟਾ ਦੇਣੀ। ਜਿੱਥੇ ਵੀ ਇਹਨਾਂ ਨੂੰ ਦੇਖੋ ਜੀ, ਇਸ ਵੇਲੇ ਮਾਸਕ ਲਾਣਾ ਪੈ ਰਿਹਾ। ਇੱਕ ਤਾਂ ਇਦਾਂ ਦੀ ਜਗ੍ਹਾ ਤੇ ਨਾ ਜਾਓ ਜਿੱਥੇ ਕਰਾਊਡਿੰਗ ਹੈਗੀ ਹੈ, ਇਹਨਾਂ ਨੂੰ ਬਹੁਤ ਖਾਸ ਖਿਆਲ ਰੱਖਣਾ ਪੈਣਾ ਹੈ। ਤੇ ਘਰੋਂ ਜਿਸ ਵੇਲੇ ਬਾਹਰ ਨਿਕਲਣਾ ਤਾਂ ਐਸੇ ਟਾਈਮ ਤੇ ਨਿਕਲੋ ਜਿਸ ਵੇਲੇ ਬਹੁਤੇ ਜ਼ਿਆਦਾ ਬੰਦੇ ਨਹੀਂ ਹੈਗੇ। ਸੈਕੰਡਲੀ, ਮਾਸਕ ਲੱਗਾ ਹੋਇਆ, ਤੁਸੀਂ ਕੋਈ ਓਵਰ ਐਗਜ਼ਰਸ਼ਨ ਨਹੀਂ ਕਰਨੀ, ਆਰਾਮ ਨਾਲ ਚੱਲਣਾ ਹੈ। ਜੇ ਤੁਸੀਂ ਪਹਿਲੇ ਮੋਡਰੇਟ ਪੇਸ ਤੇ ਚੱਲ ਰਹੇ ਸੀਗੇ ਤਾਂ ਮਾਈਲਡ ਤੇ ਕਰ ਦੇਣਾ। ਤੇ ਦੌੜਨਾ ਤਾਂ ਹੈ ਹੀ ਨਹੀਂ ਇਸ ਸਟੇਜ 'ਚ। ਇਹ ਨਾਰਮਲ ਵਾਲਿਆਂ ਨੇ ਵੀ ਨਹੀਂ ਦੌੜਨਾ, ਤਾਂ ਹਾਰਟ ਵਾਲਿਆਂ ਦਾ ਤਾਂ ਇਸ ਵੇਲੇ ਚਾਂਸ ਹੀ ਨਹੀਂ ਹੈ। ਮਤਲਬ ਕਿ ਬਾਡੀ ਨੂੰ ਥੱਕਣ ਦੇਣਾ ਹੀ ਨਹੀਂ, ਬਾਡੀ ਨੂੰ ਸਾਹ ਚੜਨ ਦੇਣਾ ਹੀ ਨਹੀਂ, ਤਾਂ ਕਿ ਕੋਈ ਵੀ ਇਦਾਂ ਦਾ ਨਾ ਹੋਵੇ ਕਿ ਉਹਨਾਂ ਦੀ ਥੱਕਣ ਨਾਲ ਇਮਿਊਨਿਟੀ ਘਟ ਜਾਵੇ ਤੇ ਇਨਫੈਕਸ਼ਨ ਹੋਣ ਦੇ ਚਾਂਸ ਹੋ ਜਾਣ। ਉਹ ਇਹਨਾਂ ਨੂੰ ਸਾਈਕਲ ਵੀ ਜਿਹੜੀ ਬੜੀ ਸਪੀਡ ਨਾਲ ਜ਼ੋਰ ਲਾ ਕੇ ਨਹੀਂ ਚਲਾਉਣੀ ਚਾਹੀਦੀ। ਆਰਾਮ ਨਾਲ ਸਾਈਕਲ ਚਲਾਉਣ, ਕਦੀ ਵੀ ਥੱਕਣ ਨਾ, ਕਿਉਂ ਤਾਂ ਬੱਚਿਆਂ ਦੀ ਆਦਤ ਹੁੰਦੀ ਹੈ ਕਿ ਇੱਕਦਮ ਸਪੀਡ ਫੜ ਲਈ। ਬਟ ਇਸ ਵੇਲੇ ਉਹਨਾਂ ਨੂੰ ਬਹੁਤ ਖਿਆਲ ਰੱਖਣਾ ਹੈ ਕਿ ਰੋਡ ਤਾਂ ਭਾਵੇਂ ਖਾਲੀ ਹੈ, ਪਰ ਸਾਡੀ ਬਾਡੀ ਵਾਸਤੇ ਕਿਉਂਕਿ ਅਸੀਂ ਮਾਸਕ ਵੀ ਲਾਇਆ ਹੋਇਆ, ਮਾਸਕ ਨਾਲ ਸਾਡੀ ਆਕਸੀਜਨ ਵੀ ਘਟ ਜਾ ਰਹੀ ਹੈ। ਜੇ ਅਸੀਂ ਉਹਦੀ ਰਿਕੁਆਇਰਮੈਂਟ ਵਧਾ ਲਈ ਤਾਂ ਡਿਮਾਂਡ ਸਪਲਾਈ ਮਿਸਮੈਚ ਹੋ ਕੇ ਸਾਡੇ ਲੰਗਸ ਔਰ ਹਾਰਟ ਤੇ ਪ੍ਰੈਸ਼ਰ ਪੈ ਜਾਣਾ। ਤੇ ਉਹਦੇ ਕਰਕੇ ਸਾਡਾ ਬਾਈ ਚਾਂਸ ਮਾਈਨਰ ਦੀ ਕਿਸੇ ਨੂੰ ਬੱਚੇ ਨੂੰ ਇਨਫੈਕਸ਼ਨ ਹੈ, ਉੱਥੇ ਡਿੱਗ ਜਾਏਗਾ। ਰਾਦਰ ਕਿ ਲੋਕੀ ਜਿਹੜੇ ਫਾਰਮ ਹਾਊਸ ਜਾਂ ਆਪਣੇ ਇਦਾਂ ਦੇ ਪਿੰਡਾਂ 'ਚ ਘਰਾਂ 'ਚ ਰਹਿਣਾ ਜ਼ਿਆਦਾ ਪਸੰਦ ਕਰਨਗੇ, ਖੁੱਲ੍ਹੇ 'ਚ, ਜਿੱਦਾਂ ਕਿ ਉੱਥੇ ਸਵੇਰੇ ਸ਼ਾਮ ਜਿਸ ਵੇਲੇ ਦਰਖਤਾਂ ਦੇ ਥੱਲੇ ਜਾਂ ਉੱਦਾਂ ਨੈਚੁਰਲ ਹਵਾ ਵੀ ਲੈਣਗੇ, ਉਹ ਲੈਣਗੇ ਤੇ ਲੌਂਜੀਵਿਟੀ ਜਿਹੜੀ ਹੈ ਇਹ ਵੱਧ ਜਾਏਗੀ। ਉੱਦਾਂ ਵੀ ਸਾਡੇ ਲਿਟਰੇਚਰ 'ਚ ਵੀ ਹੈਗਾ, ਜਿਹੜੇ ਸਿਟੀ 'ਚ ਰਹਿੰਦੇ ਆ ਜਾਂ ਵਿਲੇਜ 'ਚ ਰਹਿੰਦੇ ਆ, ਉਹਨਾਂ ਨੂੰ ਡਬਲ ਹਾਰਟ ਅਟੈਕ ਦੀ ਪ੍ਰੋਬਲਮ ਹੁੰਦੀ ਹੈ। ਜਿਹੜੇ ਆ ਜੇ ਇੰਸੀਡੈਂਸ ਹੈ ਹਾਈਪਰਟੈਂਸ਼ਨ ਦਾ, ਕੋਰੋਨਰੀ ਆਰਟਰੀ ਡਿਜ਼ੀਜ਼ ਦਾ, ਸਿਟੀ 'ਚ ਜ਼ਿਆਦਾ ਆ, ਵਿਲੇਜ 'ਚ ਘੱਟ ਹੈ, ਕਿਉਂਕਿ ਉਹਦਾ ਆਕਸੀਜਨ ਵੀ ਹੈਗੀ ਹੈ, ਸੋਸ਼ਲ ਡਿਸਟੈਂਸਿੰਗ ਵੀ ਹੈਗੀ ਹੈ, ਮੈਂਟਲ ਰਿਲੈਕਸੇਸ਼ਨ ਵੀ ਹੈਗੀ ਹੈ, ਨੇਚਰ ਵੀ ਹੈਗੀ ਹੈ। ਤੇ ਇਹ ਇੱਕ ਬਹੁਤ ਵੱਡਾ ਬਦਲਾਅ ਆਏਗਾ, ਕਿਉਂਕਿ ਰਹਿਣਾ ਹੀ ਪੈਣਾ ਆ, ਅਦਰਵਾਈਜ਼ ਹੀ ਸਾਨੂੰ ਸੋਸ਼ਲ ਡਿਸਟੈਂਸਿੰਗ ਤੇ ਉਹ ਜਿਹੜਾ ਕਿ ਚੰਗਾ ਵੀ ਹੋਏਗਾ। ਆਮਣੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਹਨ ਡਾਕਟਰ ਜਸ਼ਪਾਲ ਸ਼ਰਮਾ, ਪੀਜੀਆਈ ਦੇ ਦਿਲ ਦੇ ਰੋਗਾਂ ਦੇ ਵਿਭਾਗ ਦੇ ਮੁਖੀ। ਪਿਛਲੇ ਦਿਨਾਂ ਦੇ ਅੰਦਰ ਜੇ ਆਪਾਂ ਕਰੋਨਾ ਮਹਾਮਾਰੀ ਦੇ ਮੁੱਦੇ ਦੀ ਗੱਲ ਕਰਦੇ ਹਾਂ ਤਾਂ ਇਸ ਵੇਲੇ ਜਿਹੜਾ ਦੇਸ਼ ਹੈ ਉਹ ਚੌਥੇ ਲਾਕਡਾਊਨ ਦੇ ਵਿੱਚ ਦਾਖਲ ਹੋ ਗਿਆ। ਇਹਦੇ ਨਾਲ ਕੁਝ ਰਿਆਇਤਾਂ ਵੀ ਦਿੱਤੀਆਂ ਗਈਆਂ, ਜਿਹੜੀਆਂ ਰਿਆਇਤਾਂ ਦਿੱਤੀਆਂ ਗਈਆਂ ਉਹਦੇ ਨਾਲ ਜ਼ਿੰਦਗੀ ਜਿਹੜੀ ਹੈਗੀ ਹੈ ਨਵੇਂ ਮੋੜ ਦੇ ਉੱਤੇ ਆ ਗਈ ਹੈ। ਬੱਸਾਂ 'ਚ ਲੋਕ ਸਫ਼ਰ ਕਰਨ ਲੱਗੇ ਹੈ, ਦਫ਼ਤਰ ਖੁੱਲ੍ਹ ਗਏ ਹੈ, ਇਸੇ ਤਰ੍ਹਾਂ ਬਾਜ਼ਾਰਾਂ 'ਚ ਮਾਰਕੀਟਾਂ 'ਚ ਰੌਣਕ ਲੱਗਣ ਲੱਗੀ ਹੈ। ਪਰ ਇਸ ਦੇ ਬਾਵਜੂਦ ਜਿਹੜਾ ਸਭ ਤੋਂ ਵੱਡਾ ਸਵਾਲ ਉਵੇਂ ਹੀ ਖੜ੍ਹਾ ਹੈ ਕਿ ਕਰੋਨਾ ਮਹਾਮਾਰੀ ਦਾ ਜਿਹੜਾ ਖਤਰਾ ਕਹਿ ਲਈਏ ਜਾਂ ਜਿਸ ਤਰੀਕੇ ਨਾਲ ਦੁਨੀਆ ਨੂੰ ਉਸਨੇ ਆਪਣੀ ਲਪੇਟ 'ਚ ਲਿਆ ਹੋਇਆ ਹੈ, ਉਹ ਵੱਡਾ ਸਵਾਲ ਕਿਸੇ ਤਰੀਕੇ ਨਾਲ ਵੀ ਅਜੇ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਜੇ ਆਪਾਂ ਆਪਣੇ ਦੇਸ਼ ਭਾਰਤ ਦੀ ਗੱਲ ਕਰਦੇ ਹਾਂ ਤਾਂ ਇਸ ਵੇਲੇ ਕਰੋਨਾ ਮਹਾਮਾਰੀ ਦੇ ਮੁੱਦੇ 'ਤੇ 1 ਲੱਖ ਤੋਂ ਉੱਪਰ ਜਿਹੜਾ ਅੰਕੜਾ ਮਰੀਜ਼ਾਂ ਦਾ ਪਾਰ ਕਰ ਚੁੱਕਾ ਹੈ। ਪੀਜੀਆਈ ਵਰਗੀਆਂ ਵੱਡੀਆਂ ਮੈਡੀਕਲ ਸੰਸਥਾਵਾਂ ਇਸ ਮੁੱਦੇ ਦੇ ਉੱਤੇ ਇਸ ਜਦੋਜਹਿਦ ਦੇ 'ਚ ਲੱਗੀਆਂ ਹੋਈਆਂ ਕਿ ਕਿਵੇਂ ਇਸ ਬਿਮਾਰੀ ਦਾ ਖਾਤਮਾ ਕੀਤਾ ਜਾ ਸਕਦਾ ਹੈ। ਆਪਾਂ ਇਹਨਾਂ ਮੁੱਦਿਆਂ 'ਤੇ ਚਰਚਾ ਆਉਣ ਤੋਂ ਪਹਿਲਾਂ ਡਾਕਟਰ ਸਾਹਿਬ ਤੇ ਉਹਨਾਂ ਦੀਆਂ ਟੀਮਾਂ ਜਿਹੜੀਆਂ ਕਰੋਨਾ ਮਹਾਮਾਰੀ ਦੇ ਮੁੱਦੇ 'ਤੇ ਇਸ ਵੇਲੇ ਮੈਦਾਨ 'ਚ ਜੂਝ ਰਹੀਆਂ, ਮਾਨਵਤਾ ਨੂੰ ਬਚਾਉਣ ਦੀ ਜਿਹੜੀ ਲੜਾਈ ਲੜ ਰਹੀਆਂ, ਉਹਨਾਂ ਨੂੰ ਸਾਡਾ ਸਲਾਮ ਹੈ। ਡਾਕਟਰ ਜਸ਼ਪਾਲ ਸ਼ਰਮਾ, ਇਹਨਾਂ ਮੁੱਦਿਆਂ 'ਤੇ ਆਉਣ ਲਈ ਮੇਰੀ ਟੀਮ ਵੱਲੋਂ, ਮੇਰੇ ਦਰਸ਼ਕਾਂ ਵੱਲੋਂ ਤੁਹਾਨੂੰ ਵੀ ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਡਾਕਟਰ ਸਾਹਿਬ, ਜਿੱਦਾਂ ਮੈਂ ਸ਼ੁਰੂ 'ਚ ਕਮੈਂਟਸ ਕੀਤੇ ਹੈ, ਦੇਸ਼ ਚੌਥੇ ਲਾਕਡਾਊਨ ਦੇ ਵਿੱਚ ਦਾਖਲ ਹੋ ਗਿਆ, ਕੁਝ ਰਿਆਇਤਾਂ ਵੀ ਦਿੱਤੀਆਂ ਗਈਆਂ। ਸਾਡਾ ਮਨੁੱਖੀ ਸੁਭਾਅ ਹੈ ਕਿ ਰਿਆਇਤਾਂ ਦੇ ਨਾਲ ਅਸੀਂ ਕੁਝ ਵੇਸਲੇਪਨ ਦੇ 'ਚ ਵੀ ਆ ਜਾਂਦੇ ਹਾਂ। ਕੀ ਲੱਗਦਾ ਹੈ ਕਿ ਵੇਸਲਾਪਨ ਸਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ? ਡਾਕਟਰ ਸਾਹਿਬ, ਇਸ ਦੌਰ 'ਚ ਕਿਵੇਂ ਦੇਖੋਗੇ? ਜੀ ਸਿੱਧੂ ਸਾਹਿਬ, ਇਹ ਬਹੁਤ ਹੀ ਇੱਕ ਨਾਜ਼ੁਕ ਟਾਈਮ ਹੈ ਜਿਹਦੇ ਕਿ ਸਾਨੂੰ ਬੜਾ ਇੰਟੈਲੀਜੈਂਟਲੀ ਸਾਰੇ ਕੰਮ ਕਰਨੇ ਚਾਹੀਦੇ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਜਿਸ ਵੇਲੇ 500 ਕੇਸ ਸੀਗੇ ਤਾਂ ਕਿੰਨਾ ਸਾਨੂੰ ਇਹ ਸੀਗਾ ਕਿ ਕਿੱਦਾਂ ਲਾਕਡਾਊਨ ਸੀਗਾ। ਹੁਣ ਜੇ ਖੁੱਲ੍ਹੇ ਆ ਤਾਂ ਇਸ ਵੇਲੇ 1 ਲੱਖ ਕੇਸ ਤੋਂ ਉੱਤੇ ਹੋ ਗਏ ਆ। ਤੇ ਇਹ ਕੁਝ ਮਜਬੂਰੀਆਂ ਹੁੰਦੀਆਂ ਆ ਕੰਮ ਦੀਆਂ, ਦੂਜਿਆਂ ਦੀਆਂ,
ਉਹਦੇ ਵਾਸਤੇ ਖੋਲ੍ਹਣਾ ਪੈਂਦਾ। ਬਟ ਇਹਦੇ 'ਚ ਸਾਨੂੰ ਸਾਰਾ ਕੁਝ ਦੱਸਿਆ ਗਿਆ ਹੈ ਕਿ ਇਹ ਚੀਜ਼ਾਂ ਕਰਨੀਆਂ ਹੈ, ਸੋਸ਼ਲ ਡਿਸਟੈਂਸਿੰਗ ਕਰਨੀ ਜੀ। ਹੈ, ਹੱਥ ਆਪਣਾ ਹਾਈਜੀਨ ਦਾ ਰੱਖਣਾ ਹੈ, ਤੁਸੀਂ ਕਿੱਦਾਂ ਕੰਮ ਤੇ ਜਾਣਾ ਹੈ, ਕਿੱਦਾਂ ਕੰਮ ਤੇ ਡਿਸਟੈਂਸਿੰਗ ਕਰਨੀ ਹੈ, ਜੇ ਤੁਸੀਂ ਮਾਰਕੀਟ 'ਚ ਜਾਣਾ ਕਿੱਦਾਂ ਜਾਣਾ ਹੈ, ਉਹ ਇੱਕ ਕਿਸਮ ਦੀ ਜਿਹੜੀ ਉਹ ਐਕਸਰਸਾਈਜ਼ ਸਾਰੀ ਦੱਸ ਦਿੱਤੀ ਗਈ ਹੈ। ਹੁਣ ਇਹ ਸਾਡੇ ਤੇ ਹੈ ਕਿ ਇਹਦੇ 'ਚ ਅਸੀਂ ਉਹਦੇ ਬਿਲਕੁਲ ਉਹਨੂੰ ਪਾਲਨ ਕਰੀਏ। ਜੇ ਅਸੀਂ ਉਹਨਾਂ ਦਾ ਸਾਰਾ ਦੇਖ ਕੇ ਕਰਾਂਗੇ ਤਾਂ ਅਸੀਂ ਠੀਕ ਰਵਾਂਗੇ, ਅਦਰਵਾਈਜ਼ ਇਹ ਐਕਸਪੋਨੈਂਸ਼ੀਅਲ ਰੀਚ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਜਾਣੀ ਹੈ। ਸਪੋਜ਼ ਇਹ ਜ਼ਿਆਦਾ ਨਹੀਂ ਵੱਧਦੀ ਔਰ ਕੰਮ ਚੱਲਦੇ ਰਹਿੰਦੇ ਹੈ ਔਰ ਪੇਸ਼ੈਂਟ ਜਿਹੜੇ ਆ ਕੋਈ ਜ਼ਿਆਦਾ ਰਸ਼ ਨਹੀਂ ਪੈਂਦਾ ਹਸਪੀਟਲਾਂ 'ਚ, ਫਿਰ ਕੀ ਹੈ ਕਿ ਟ੍ਰੀਟਮੈਂਟ ਚੱਲਦੀ ਰਹਿਣੀ ਹੈ। ਤੋਂ ਇਹ ਤੋਂ ਬਾਅਦ ਨਾਲ ਹੀ ਇਹ ਵੀ ਹੈਗਾ ਕਿ ਜਿਹੜੇ ਡਿਫਰੈਂਟ ਇਹਦੀਆਂ ਸਾਰੇ ਐਂਗਲਸ ਹੈਗੇ ਆ, ਜਿੱਦਾਂ ਕਿ ਸੈਨੀਟਾਈਜੇਸ਼ਨ ਦਾ ਸਪਰੇਅ ਹੈ, ਉਹ ਜਿਹੜੇ ਹੌਟ ਸਪੌਟ ਹੈ ਉਹਨਾਂ ਦੇ ਆਲੇ ਦੁਆਲੇ, ਹਸਪੀਟਲਾਂ ਦੇ ਆਲੇ ਦੁਆਲੇ, ਦੂਜਾ ਪਲੱਸ ਸਾਰਿਆਂ ਨੂੰ ਬੜਾ ਉਹ ਖਿਆਲ ਰੱਖਣਾ ਚਾਹੀਦਾ, ਜਿੱਦਾਂ ਕਿ ਆਪਣੇ ਘਰਾਂ 'ਚ ਵੀ ਔਰ ਦੂਜੇ ਹਸਪਤਾਲਾਂ 'ਚ ਵੀ, ਆਫਿਸਾਂ 'ਚ ਵੀ। ਤੇ ਇਹ ਇੱਕ ਬਹੁਤ ਹੈ। ਇਹ ਤੋਂ ਨਾਲ ਇੱਕ ਦੂਜੀ ਜਿਹੜੀ ਹੁਣ ਸ਼ੁਰੂ ਹੋਈ ਹੈ, ਜਿੱਦਾਂ ਕਿ ਇਹ ਆਪਣੇ ਵਰਚੁਅਲ ਟੈਲੀ ਸ਼ੁਰੂ ਹੋ ਗਿਆ ਆ, ਜਿੱਦਾਂ ਟੈਲੀ ਮੀਡੀਆ ਨਾਲ ਹੈ, ਟੈਲੀ ਕਾਰਡੀਓਲੋਜੀ, ਟੈਲੀ ਮੈਡੀਸਨ ਕਾਨਫਰੰਸਿੰਗ ਹੈ। ਇਹਦੇ ਨਾਲ ਹੁਣ ਅੱਗੇ ਕਾਫੀ ਇਹਦੀਆਂ ਇੰਪਰੂਵਮੈਂਟ ਵੀ ਆਣੀਆਂ, ਬਹੁਤ ਪੇਸ਼ੈਂਟਾਂ ਨੂੰ ਫਾਇਦਾ ਹੋਣਾ ਆ। ਜਿੱਦਾਂ ਕਿ ਜਿਹੜੇ ਪੇਸ਼ੈਂਟ ਇੰਨੇ 500 ਕਿਲੋਮੀਟਰ ਤੋਂ ਦੂਰ, 1000 ਕਿਲੋਮੀਟਰ ਤੋਂ 2-2 3-3 ਦਿਨ ਲਗਾਉਂਦੇ ਸੀਗੇ, ਉਹ ਉਹਨਾਂ ਨੇ 2-3 ਘੰਟਿਆਂ 'ਚ ਘਰ ਬੈਠੇ ਸਲਾਹ ਲੈ ਲੈਣੀ ਹੈ। ਫਿਰ ਹੌਲੀ ਹੌਲੀ ਟੈਲੀ ਐਮਰਜੈਂਸੀ ਦਾ ਵੀ ਬਣੇਗਾ। ਤੇ ਇਹਦੇ ਕੁਝ ਜਿਹੜੇ ਚੰਗੇ ਚੀਜ਼ਾਂ ਵੀ ਆਉਣਗੀਆਂ, ਜਿੱਦਾਂ ਕਿ ਹੁਣ ਨੇਚਰ ਹੈਗੀ ਹੈ, ਤੁਸੀਂ ਦੇਖ ਰਹੇ ਹੋ ਕਿ ਆਪਣਾ ਪੋਲੂਸ਼ਨ ਹੈ ਔਰ ਕਈ ਚੀਜ਼ਾਂ ਦਾ ਇਹਦਾ ਸੁਧਾਰ ਵੀ ਹੋਏਗਾ। ਅਸੀਂ ਇਹਨੂੰ ਇੰਟੈਲੀਜੈਂਟਲੀ ਕਰਦੇ ਰਹੀਏ ਤੇ ਹੌਲੀ ਹੌਲੀ, ਜਿੱਦਾਂ ਕਿ ਅਸੀਂ ਪਿਛਲੀ ਵਾਰੀ ਵੀ ਡਿਸਕਸ ਕੀਤਾ ਸੀਗਾ ਕਿ ਵੈਕਸੀਨ ਵੀ ਆ ਜਾਏਗੀ, ਹੋਰ ਦਵਾਈਆਂ ਵੀ ਆ ਜਾਣੀਆਂ, ਬਹੁਤ ਲਾਰਜ ਬੜੀ ਫਾਸਟ ਮਤਲਬ ਕਿ ਰਿਸਰਚ ਚੱਲ ਰਹੀ ਹੈ ਤੇ ਵੈਕਸੀਨ ਵੀ ਆ ਜਾਏਗੀ। ਹੁਣ ਜਿੱਦਾਂ ਕਿ ਅਸੀਂ ਥੋੜੇ ਜਿਹੇ ਪੇਸ਼ੈਂਟ ਟ੍ਰੀਟ ਕੀਤੇ ਸੀਗੇ, ਉਹਨਾਂ 'ਚ ਅਸੀਂ ਬੜੀ ਸਫਲਤਾ ਹਾਸਲ ਕੀਤੀ ਹੈ ਕਿ ਜਿਹੜੇ ਬਹੁਤ ਸਿੱਕ ਪੇਸ਼ੈਂਟ ਸੀਗੇ ਉਹਨਾਂ ਨੂੰ ਅਸੀਂ ਆਪਣੀ ਇਨੋਵੇਸ਼ਨ ਨਾਲ ਬੜੇ ਤਰੀਕੇ ਦੀ ਮੈਡੀਸਨ ਦੇ ਕੇ ਪਲੱਸ ਉਹਨਾਂ ਨੂੰ ਟ੍ਰੀਟ ਕਰਕੇ ਬਚਾਇਆ। ਤੇ ਉਹ ਇੱਕ ਸਾਡੇ ਵਾਸਤੇ ਇੱਕ ਬੜਾ ਇੱਕ ਪਹਿਲਾ ਸਾਡਾ ਕਦਮ ਹੈਗਾ ਕਿ ਜਿਹੜੇ ਬਹੁਤ ਸਿੱਕ ਪੇਸ਼ੈਂਟ ਸੀਗੇ ਉਹਨਾਂ ਨੂੰ ਅਸੀਂ ਬਚਾਇਆ। ਅਸੀਂ ਬੇਸਿਕਲੀ ਵੈਬੀਨਾਰਾਂ 'ਚ ਵੀ ਕਹਿੰਦੇ ਰਹਿੰਦੇ ਸੀਗੇ, ਪਹਿਲੇ ਕਾਨਫਰੰਸਾਂ ਤੇ ਵੀ, ਕਿ ਇਹ ਡਾਇਰੈਕਸ਼ਨ ਲਵੋ ਇਨਫੈਕਸ਼ਨ 'ਚ। ਜੇ ਇਨਫੈਕਸ਼ਨ 'ਚ ਦੂਜੀ ਡਾਇਰੈਕਸ਼ਨ ਲੈ ਲਈ ਤਾਂ ਥੋੜਾ ਜਿਹਾ ਮੋਰਟੈਲਿਟੀ ਜ਼ਿਆਦਾ ਹੋ ਜਾਂਦੀ ਹੈ ਔਰ ਉਹਦੇ ਨਾਲ ਫਿਰ ਡਾਕਟਰ ਸਾਹਿਬ ਬਹੁਤ ਵੱਡੀ ਗੱਲ ਕਹਿ ਰਹੇ ਹੋ। ਡਾਕਟਰ ਸਾਹਿਬ ਬਹੁਤ ਵੱਡੀ ਗੱਲ ਕਹਿ ਰਹੇ ਹੋ ਜੀ। ਮੈਂ ਆਪਣੇ ਦਰਸ਼ਕਾਂ ਲਈ ਜਾਣਨਾ ਚਾਹੁੰਦਾ ਕਿ ਪੀਜੀਆਈ ਨੇ ਕੁਝ ਇੱਦਾਂ ਦੇ ਪੇਸ਼ੈਂਟ ਠੀਕ ਕੀਤੇ ਹੈ, ਜਿਵੇਂ ਆਪਾਂ ਸਮਝਦੇ ਕਿ ਦੁਨੀਆ ਪੱਧਰ ਦੇ ਉੱਤੇ ਜਦੋਂ ਆਪਾਂ ਇਹਨਾਂ ਦਾ ਇਲਾਜ ਚੱਲ ਰਿਹਾ ਇੱਦਾਂ ਦੀਆਂ ਬਿਮਾਰੀਆਂ ਨੂੰ ਲੈ ਕੇ, ਕਰੋਨਾ ਮਹਾਮਾਰੀ ਦੇ ਨਾਲ ਜਿਹੜਾ ਕੁਝ ਸਾਰਾ ਕੁਝ ਲਪੇਟਿਆ ਜਾ ਰਿਹਾ ਹੈ, ਜੋ ਪੀਜੀਆਈ ਨੇ ਇਸ ਵੇਲੇ ਟ੍ਰੀਟਮੈਂਟ ਕੀਤੀ ਹੈ ਕੁਝ ਮਰੀਜ਼ਾਂ ਦੇ ਉੱਤੇ, ਉਹ ਬਾਕੀ ਦੀਆਂ ਨਾਲੋਂ ਕੁਝ ਵੱਖਰੀ ਹੈ, ਨਵਾਂ ਰਾਹ ਦਿਖਾਇਆ ਡਾਕਟਰ ਸਾਹਿਬ ਪੀਜੀਆਈ ਨੇ। ਹਾਂ ਜੀ, ਇਹ ਬਿਲਕੁਲ ਇੱਕ ਨਵਾਂ ਰਾਹ ਦਿਖਾਇਆ। ਜਿੱਦਾਂ ਕਿ ਜਿਹੜੇ ਕਾਰਡਿਕ ਪੇਸ਼ੈਂਟ ਸੀਗੇ ਉਹਨਾਂ ਨੂੰ ਅਸੀਂ ਕਿੱਦਾਂ ਟ੍ਰੀਟ ਕਰਨਾ ਆ, ਕਿੱਦਾਂ ਉਹਨਾਂ ਦੇ ਆਪਣਾ ਸਾਰਾ ਅਸੀਂ ਕਲੌਟ ਨੂੰ ਕਿੱਦਾਂ ਘੱਟ ਕਰਨਾ ਹੈ। ਤੇ ਇਹ ਇੱਕ ਬੜਾ ਇਹ ਸੀਗਾ ਕਿ ਜੇ ਤੁਸੀਂ ਕਿਸੇ ਇਨਫੈਕਸ਼ਨ 'ਚ ਇੱਕਦਮ ਪੇਸ਼ੈਂਟ ਨੂੰ ਇੱਕਦਮ ਐਨਜੀਓ ਵਾਸਤੇ ਲੈ ਲਓ ਜਾਂ ਉੱਦਾਂ ਕਰ ਦਿਓ ਤਾਂ ਉਹ ਕਈ ਵਾਰੀ ਉਹ ਇਨਫੈਕਸ਼ਨ ਬੜੀ ਸਪਰੈਡ ਕਰ ਜਾਂਦੀ ਹੈ। ਔਰ ਸੈਕੰਡਲੀ ਅਸੀਂ ਬੜਾ ਐਨਾਲਿਟੀਕਲ ਮੈਥਡ ਨਾਲ ਪਹਿਲੇ ਵੀ ਅਸੀਂ ਬੜਾ ਉਹਨੂੰ ਐਨਾਲਿਸਿਸ ਕਰਦੇ ਰਹੇ। ਅਸੀਂ ਰਿਸਰਚ ਸਾਡੀ 12-15 ਸਾਲ ਦੀ ਸੀਗੀ, ਜਿਹੜੀ ਕਿ ਕਾਰਡੀਓਜੈਨਿਕ ਸ਼ੌਕ, ਐਕਿਊਟ ਕੋਰੋਨਰੀ ਸਿੰਡਰੋਮ, ਜਿਨ੍ਹਾਂ ਨਾਲ ਕੋਮੋਰਬਿਡ ਡਿਜ਼ੀਜ਼ਸ ਹੁੰਦੀਆਂ। ਇਹ ਜਿੱਦਾਂ ਵਾਇਰਸ ਪਹਿਲੇ ਵੀ ਆਏ, ਕੋਵਿਡ-1 ਆਇਆ, ਸਾਰਸ ਆਇਆ, ਮਰਸ ਆਇਆ, ਸਵਾਈਨ ਫਲੂ ਆਈ, H1N1 ਆਇਆ, ਤਾਂ ਉਹਨਾਂ 'ਚ ਜਿੱਦਾਂ ਸੀਗੀਆਂ ਪੇਸ਼ੈਂਟ ਇੱਦਾਂ ਦੇ ਆਉਂਦੇ ਸੀਗੇ। ਬਟ ਉਸ ਵੇਲੇ ਜੇ ਵਾਇਰਲ ਸਟੱਡੀ ਨਹੀਂ ਹੁੰਦੀਆਂ ਸੀਗੀਆਂ ਤਾਂ ਉਹਨਾਂ ਦਿਨਾਂ 'ਚ, ਜਿੱਦਾਂ ਤੁਸੀਂ ਕਈ ਵਾਰੀ ਅਖਬਾਰਾਂ 'ਚ ਪੜ੍ਹਿਆ ਹੋਣਾ, ਜਿੱਦਾਂ ਅਸੀਂ ਪ੍ਰੈਸ ਰਿਲੀਜ਼ਾਂ ਦਿੱਤੀਆਂ ਕਿ ਵੀ ਇਹਨਾਂ ਦਿਨਾਂ ਸਰਦੀਆਂ 'ਚ ਨਾ ਪੇਸ਼ੈਂਟ ਵੱਧ ਗਏ, 1.5 ਗੁਣਾ ਹੋ ਗਏ। ਤੇ ਉਹਨਾਂ 'ਚ ਸਾਰਿਆਂ 'ਚ ਇੱਦਾਂ ਦੀ ਆਉਂਦੀ ਸੀਗੀ ਕਿ ਇਨਫੈਕਸ਼ਨ ਹੈਗੀ, ਥੋੜ੍ਹਾ ਜਿਹਾ ਵਾਇਰਲ ਹੋਇਆ, 2-3 ਹਫ਼ਤਿਆਂ ਬਾਅਦ ਉਹਨਾਂ ਨੂੰ ਨਾ ਥੋੜ੍ਹੀ ਬੁਖਾਰ ਜਾਂ ਖਾਂਸੀ ਰਹੀ, ਉਹ ਤੋਂ ਬਾਅਦ ਹਾਰਟ ਅਟੈਕ ਹੋ ਗਿਆ। ਤਾਂ ਸਾਡੇ ਕੋਲ ਇੱਦਾਂ ਦੇ ਬਹੁਤ ਪੇਸ਼ੈਂਟ ਸੀਗੇ। ਉਹਨਾਂ ਨੂੰ ਫਿਰ ਅਸੀਂ ਕਦੀ ਵੀ ਉਹਨਾਂ ਨੂੰ ਸੈਪਸਿਸ ਨਹੀਂ ਦਾਣ ਦਿੱਤਾ। WHO ਨੇ ਤਾਂ ਹੁਣ ਬਦਲੀ ਹੈ ਆਪਣੀ ਡੈਫੀਨੇਸ਼ਨ ਕਿ ਜਿਹੜੀ ਐਂਟੀਬਾਇਓਟਿਕ ਹੈ ਉਹ ਤੁਸੀਂ ਛੇਤੀ ਟ੍ਰੀਟ ਕਰੋ ਹੁਣ। ਤੇ ਅਸੀਂ ਉਹਨੂੰ ਸਭ ਤੋਂ ਪਹਿਲੇ ਕਹਿੰਦੇ ਸੀਗੇ ਤੇ ਅਸੀਂ ਉਹਨੂੰ ਲਿਖ ਵੀ ਰਹੇ ਹਾਂ WHO ਨੂੰ ਲੈਟਰ ਕਿ ਇਹ ਜਿਹੜੀ ਹੈ ਸਟ੍ਰੈਟਜੀ ਅਸੀਂ 15-20 ਸਾਲ ਤੋਂ ਕਿਹਾ ਕਿ ਇਨਫੈਕਸ਼ਨ ਜਿਹੜੇ ਸਿੱਕ ਪੇਸ਼ੈਂਟ ਹੈ, ਜਿਨ੍ਹਾਂ ਦਾ ਹਾਰਟ ਬਹੁਤ ਵੀਕ ਹੈ, ਬਲੱਡ ਪ੍ਰੈਸ਼ਰ ਘੱਟ ਹੈ, ਉਹਨਾਂ ਨੂੰ ਤੁਸੀਂ ਅਗਰੈਸਿਵਲੀ ਸ਼ੁਰੂ ਤੋਂ ਐਂਟੀਬਾਇਓਟਿਕ ਦਿਓ, ਵੇਟ ਨਾ ਕਰਦੇ ਰਹੋ। ਜੇ ਵੇਟ ਕਰਦੇ ਰਹੇ ਤਾਂ ਉਨੀ ਦੇਰ ਤਾਂ ਪੇਸ਼ੈਂਟ ਨੇ ਬਚਣਾ ਹੀ ਨਹੀਂ। ਜੇ ਫਿਰ ਲੇਟ ਕਰਤੀ ਤਾਂ ਫਿਰ ਉਹ ਸੈਪਟਿਸੀਮੀਆ ਇੰਨਾ ਹੋ ਜਾਂਦਾ ਤੇ ਸਾਰੇ ਆਰਗਨ ਡਿਸਫੰਕਸ਼ਨ ਹੋ ਜਾਂਦੇ ਆ, ਲੰਗ ARDS ਹੋ ਜਾਂਦਾ
ਤੇ ਉਹ ਸਾਡਾ ਹੁਣ ਅੱਜ ਹੀ ਅਸੀਂ ਸੈਮੀਨਾਰ ਡਿਸਕਸ ਕੀਤਾ ਤੇ ਮੈਂ ਆਪਣੇ ਸਟੂਡੈਂਟਾਂ ਨੂੰ ਦੱਸਿਆ ਕਿ ਇਹ ਦੇਖੋ ਜਿਨ੍ਹਾਂ 'ਚ ਲਿਕੋਸਾਈਟ ਕਾਊਂਟ ਜ਼ਿਆਦਾ ਸੀਗੇ, ਲਿਕੋਸਾਈਟੋਸਿਸ, ਉਹਨਾਂ 'ਚ ਮੋਰਟੈਲਿਟੀ 12 ਗੁਣਾ ਜ਼ਿਆਦਾ ਹੋ ਗਈ, ਜਿਨ੍ਹਾਂ 'ਚ ਨਾਰਮਲ ਸੀਗੇ ਉਹਨਾਂ 'ਚ 12 ਗੁਣਾ ਘਟ ਰਹੀ। ਤੇ ਇਹ ਅਸੀਂ ਉਹਨੂੰ ਜਿਸ ਵੇਲੇ ਟ੍ਰੀਟ ਕਰੋ, ਫਿਰ ਉਹਨੂੰ ਮੋਨੀਟਰ ਕਰੋ, ਫਿਰ ਉਹਨੂੰ ਕਿਸ ਵੇਲੇ ਤੁਸੀਂ ਐਂਟੀਬਾਇਓਟਿਕ ਚੇਂਜ ਕਰਨੀ ਹੈ, ਬਹੁਤਾ ਵੇਟ ਨਾ ਕਰੋ। ਉਹ ਤੁਹਾਡਾ ਇਹ ਹੋਣਾ ਚਾਹੀਦਾ ਕਿ ਤੁਸੀਂ ਮੋਨੀਟਰ ਇਦਾਂ ਕਰਨਾ ਕਿ ਇਨਫੈਕਸ਼ਨ ਨਹੀਂ ਹੋਣ ਦੇਣੀ ਇਹਨਾਂ ਨੂੰ। ਜੀ ਡਾਕਟਰ ਸਾਹਿਬ, ਇਨਫੈਕਸ਼ਨ ਦੇ ਮਾਮਲੇ ਤੇ ਬਹੁਤ ਅਹਿਮ ਗੱਲ ਮੈਂ ਸਰ ਸਵਾਲ ਲੈਣਾ ਚਾਹੁੰਦਾ ਹਾਂ। ਜੋ ਅਸੀਂ ਮੀਡੀਆ 'ਚ ਪੜ੍ਹਦੇ ਹਾਂ, ਸੁਣਦੇ ਹੈਗੇ ਹਾਂ, ਉਹਦੇ 'ਚ ਹੈ ਕਿ ਜਿਹੜੇ ਕੁਝ ਜਿਵੇਂ ਕੋਈ ਡਾਇਬਟਿਕ ਪੇਸ਼ੈਂਟ ਹੁੰਦੇ ਆ, ਕੋਈ ਹਾਰਟ ਦੇ ਪੇਸ਼ੈਂਟ ਹੈ, ਜਿੱਦਾਂ ਤੁਸੀਂ ਕਹਿ ਰਹੇ ਹੈ, ਕੈਂਸਰ ਦੇ ਪੇਸ਼ੈਂਟ ਹੈ, ਉਹ ਇਲਾਜ ਕਰਵਾਉਣ ਤਾਂ ਜਾਂਦੇ ਹੈ ਕੁਝ ਹਸਪੀਟਲ ਦੇ ਵਿੱਚ, ਆਪਣੀ ਜਿਹੜੀ ਉਹਨਾਂ ਦੀ ਬੁਨਿਆਦੀ ਓਰੀਜਨਲ ਬਿਮਾਰੀ ਹੁੰਦੀ ਹੈ, ਡਾਇਬਟਿਕ ਹੋ ਗਿਆ, ਹਾਰਟ ਦੀ ਹੋ ਗਿਆ, ਪਰ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ, ਬਾਅਦ 'ਚ ਜਿਹੜਾ ਉਹਦਾ ਡਾਇਗਨੋਸ ਹੁੰਦਾ ਹੈ, ਜਿਹੜਾ ਉਹਦੇ 'ਚ ਰਿਜ਼ਲਟ ਸਾਹਮਣੇ ਆਉਂਦੇ ਹੈ, ਤੇ ਆਂਦਾ ਜੀ ਉਹਦੇ ਨਾਲ ਜਿਹੜਾ ਹੈਗਾ ਕਰੋਨਾ ਦੀ ਜਿਹੜੇ ਵਾਇਰਸ ਹੈ ਉਹਦੇ ਕਰਕੇ ਡੈਥ ਹੋ ਗਈ ਹੈ। ਇਹ ਡਾਕਟਰ ਸਾਹਿਬ ਆਪਸ ਵਿੱਚ ਕਿਵੇਂ ਇੱਦਾਂ ਇੰਨੀ ਜਲਦੀ ਕੈਚ ਹੋ ਜਾਂਦੇ ਆ, ਰਲਗੱਡ ਹੋ ਜਾਂਦੇ ਆ ਕਿ ਉਹ ਗਿਆ ਹਾਰਟ ਦੀ ਟ੍ਰੀਟਮੈਂਟ ਕਰਾਉਣ, ਉਹ ਕਰੋਨਾ ਦਾ ਸ਼ਿਕਾਰ ਹੋ ਗਿਆ, ਉਹ ਗਿਆ ਡਾਇਬਟਿਕ ਜਿਹੜੀ ਟ੍ਰੀਟਮੈਂਟ ਲੈਣ, ਕਰੋਨਾ ਦਾ ਸ਼ਿਕਾਰ ਹੋ ਗਿਆ। ਕੀ ਲੱਗਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਨਵੀਂ ਜਿਹੜੀ ਖੋਜ ਦੀ, ਇਹਦੇ ਨਾਲ ਇਹਦੇ 'ਚ ਵੀ ਮਦਦ ਮਿਲੇਗੀ ਕਿ ਬਿਮਾਰੀਆਂ ਦੇ ਲੋਕ ਜਿਹੜੇ ਦੂਜੀਆਂ ਬਿਮਾਰੀਆਂ ਦੇ ਲੋਕ ਹੈ ਉਹ ਘੱਟੋ ਘੱਟ ਉਹਨਾਂ ਦਾ ਡੈਥ ਰੇਟ ਘਟੇਗਾ? ਜੀ ਇਹ ਬਹੁਤ ਵੱਡਾ ਕੁਐਸਚਨ ਹੈ। ਇੱਕ ਤਾਂ ਜਿਹੜੇ ਜਿਨ੍ਹਾਂ ਨੂੰ ਕਰੋਨਾ ਹੋ ਜਾਂਦਾ ਆ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਜਾਂਦੀ ਹੈ। ਜਿੱਦਾਂ ਕਿ ਕਰੋਨਾ ਘਰੇ ਹੋਇਆ ਤਾਂ ਉਹ ਜਿਹੜੀ ਪ੍ਰੈਜੈਂਟੇਸ਼ਨ ਹੁੰਦੀ ਹੈ ਉਹ ਇੱਕ ਕਿਸਮ ਦਾ ਹਾਰਟ ਅਟੈਕ ਨਾਲ ਆਉਂਦੇ ਆ, ਜਾਂ ਫਿਰ ਉਹਨਾਂ ਨੂੰ ਹਾਰਟ ਫੇਲਰ ਹੋ ਜਾਂਦਾ ਆ, ਜਾਂ ਫਿਰ ਲੰਗਸ 'ਚ ਉਹਨਾਂ ਨੂੰ ਸਾਹ ਚੜ ਜਾਂਦਾ ਜਿੱਦਾਂ ਕਿ ਆਕਸੀਜਨ ਘਟਦੀ ਹੈ। ਤੇ ਇਹ ਇੱਕ ਬੜਾ ਕੀ ਹਾਈਪਰਕੋਗੂਲੇਬਲ ਸਟੇਟ ਤੇ ਇਨਫਲੇਮੇਟਰੀ ਡਿਜ਼ੀਜ਼ ਹੈ। ਤੇ ਹਸਪੀਟਲ 'ਚ ਵੀ ਹੋ ਸਕਦਾ, ਜਿੱਦਾਂ ਕਿ ਕੋਈ ਪੇਸ਼ੈਂਟ ਦਾ ਪਹਿਲੇ ਨਾ ਹੋਵੇ, ਉਹ 15-20 ਦਿਨ ਪਿਆ ਹੈ, ਤੇ ਕਿਤੇ ਵੀ ਇਨਫੈਕਸ਼ਨ ਹੋ ਸਕਦੀ, ਉਹ ਘਰ ਵੀ ਹੋ ਸਕਦੀ ਜੀ, ਹਸਪੀਟਲ 'ਚ ਵੀ। ਤਾਂ ਇਸੇ ਕਰਕੇ ਹੈ ਕਿ ਅੱਜ ਕੱਲ੍ਹ ਇਲੈਕਟਿਵ ਪ੍ਰੋਸੀਜਰ ਨਹੀਂ ਕਰਾਉਣੇ ਚਾਹੀਦੇ ਜ਼ਿਆਦਾ। ਜਿਹੜੇ ਇਲੈਕਟਿਵ ਹੈ ਉਹਨਾਂ ਨੂੰ ਸਾਨੂੰ ਡਿਲੇ ਕਰਨਾ ਚਾਹੀਦਾ। ਜਿੱਥੇ ਕੋਈ ਐਮਰਜੈਂਸੀਆਂ ਨੂੰ ਅਸੀਂ ਕਿੱਦਾਂ ਟ੍ਰੀਟ ਕਰਨਾ ਆ, ਉਹ ਬੜੇ ਇੰਟੈਲੀਜੈਂਟਲੀ ਕਿ ਕਿੱਦਾਂ ਅਸੀਂ ਜਿਹੜੇ ਕਰੋਨਾ ਪੋਜ਼ਿਟਿਵ ਹੈ ਉਹਨਾਂ ਨੂੰ ਕਿੱਦਾਂ ਸੈਪਰੇਟ ਰੱਖਣਾ, ਔਰ ਜਿਹੜੇ ਕਰੋਨਾ ਨੈਗੇਟਿਵ ਹੈ ਉਹਨਾਂ ਨੂੰ ਕਿੱਦਾਂ, ਜੇ ਮਿਕਸਿੰਗ ਕਰਤੀ ਤਾਂ ਫਿਰ ਦੋਨੇ ਮਿਕਸਿੰਗ ਤਾਂ ਇਦਾਂ ਕਿ ਸਾਰਿਆਂ ਨੂੰ ਇਨਫੈਕਸ਼ਨ ਹੋ ਜਾਣੀ। ਜਿੱਦਾਂ ਕਿ ਤੁਸੀਂ ਦੇਖਿਆ ਹੋਣਾ ਵੁਹਾਨ ਔਰ USA 'ਚ ਜਿਹੜੇ ਹਸਪੀਟਲ ਕਾਰਡਿਕ ਸੈਂਟਰ ਸੀਗੇ ਉਹ ਐਪੀ ਸੈਂਟਰ ਬਣ ਗਏ। ਉੱਥੇ ਹੀ ਇੰਨੇ ਜ਼ਿਆਦਾ ਹੋ ਗਏ ਕੇਸਿਸ, ਕਿਉਂਕਿ ਇੱਕ ਮੋਰਟੈਲਿਟੀ ਨਾਲ ਉਹ ਅੱਗੇ ਬਹੁਤ ਜ਼ਿਆਦਾ ਅੱਗੇ ਚਾਂਸਿਸ ਹੁੰਦੇ ਕਿ ਹੋਰ ਨਾਲ ਹੈਲਥ ਕੇਅਰ ਵਰਕਰ ਨੂੰ, ਦੂਜਿਆਂ ਨੂੰ ਇਹਦਾ ਕੰਟੇਜੀਅਸ ਬਹੁਤ ਜ਼ਿਆਦਾ ਆ ਤੇ ਸਪਰੈਡ ਹੋ ਜਾਂਦੀ ਹੈ। ਡਾਕਟਰ ਸਰ ਇੱਕ ਅਹਿਮ ਸਵਾਲ ਜਿਹਦੇ 'ਤੇ ਤੁਸੀਂ ਗੱਲ ਕਰ ਰਹੇ ਹੋ ਇਹ ਵੀ ਹੈਗਾ ਕਿ ਅਕਸਰ ਜਿਹੜੇ ਲੋਕ ਹੁਣ 50 ਦਿਨਾਂ ਤੋਂ ਆਪਾਂ ਦੇਖਦੇ ਹਾਂ ਕਿ ਲੋਕਡਾਊਨ ਸੀ, ਕਿਤੇ ਕਰਫਿਊ ਸੀ, ਘਰਾਂ 'ਚ ਬੈਠੇ ਹੈ, ਉਹਦੇ ਬਾਵਜੂਦ ਵੀ ਜਿਹੜੀ ਹੈਗੀ ਹੈ ਬਿਮਾਰੀ, ਜਿੱਦਾਂ ਆਪਾਂ ਕੌਮੀ ਪੱਧਰ 'ਤੇ ਗੱਲ ਕਰਦੇ ਕਿ 1 ਲੱਖ ਤੋਂ ਅੰਕੜਾ ਕ੍ਰਾਸ ਕਰ ਗਿਆ ਮਰੀਜ਼ਾਂ ਦਾ। ਕੀ ਵਜ੍ਹਾ ਹੈਗੀ ਹੈ ਕਿ ਉਹ ਪਹਿਲਾਂ ਹੀ ਸਿੰਪਟਮ ਆਪਣੇ ਲੈ ਕੇ ਘਰਾਂ 'ਚ ਬੈਠੇ ਸੀ, ਤਾਂ ਫਿਰ ਕਿੱਦਾਂ ਕੈਚ ਕੀਤਾ ਜਦੋਂ ਕਿ ਸੋਸ਼ਲ ਤੌਰ 'ਤੇ ਆਪਾਂ ਕਹਿ ਲਈਏ ਫਿਜ਼ੀਕਲ ਦੂਰੀ ਵੀ ਸੀ ਉਹਨਾਂ ਦੀ, ਆਪਣੇ ਘਰਾਂ 'ਚ ਬੈਠੇ ਹੈ, ਘੱਟੋ ਘੱਟ ਜਿਹੜਾ 50 ਦਿਨਾਂ ਤੋਂ ਬੈਠੇ ਹੈ, ਫਿਰ ਹੀ ਵੀ ਬਿਮਾਰੀ ਵੱਧ ਰਹੀ ਹੈ, ਫੈਲ ਰਹੀ ਹੈ। ਡਾਕਟਰ ਸਾਹਿਬ ਇੱਕ ਆਮ ਜਿਹੜਾ ਨਾਗਰਿਕ ਹੈ ਉਹ ਜਾਣਨਾ ਚਾਹੁੰਦਾ ਹੈ ਵੀ ਇਹ ਕਿਉਂ ਵਾਪਰਿਆ ਇਹਦੇ ਬਾਵਜੂਦ। ਇਹ ਦੇਖੋ ਜੀ ਸਿੱਧੂ ਸਾਹਿਬ, ਇਹ ਬੜਾ ਇੱਕ ਇੰਪੋਰਟੈਂਟ ਹੈ। ਜਿਸ ਵੇਲੇ ਕੋਈ ਵਾਇਰਲ ਡਿਜ਼ੀਜ਼ ਹੁੰਦੀ ਹੈ, ਜਿਸ ਵੇਲੇ ਅਸੀਂ ਲੋਕਡਾਊਨ 'ਚ ਆ ਜਾਂਦੇ ਹਾਂ, ਤਾਂ ਉਹ ਬੋਡੀ ਦੀ ਜਿੱਦਾਂ ਰੈਸਟ ਕਰਕੇ ਉਹ ਆਪਣੇ ਆਪ ਵੀ ਠੀਕ ਹੋ ਜਾਂਦੀ। ਜਿੱਦਾਂ ਤੁਸੀਂ ਦੇਖਿਆ ਕਿ 80% ਮਾਈਲਡ ਡਿਜ਼ੀਜ਼ ਹੈ। ਜਿਸ ਵੇਲੇ ਤੁਸੀਂ ਲੋਕਡਾਊਨ 'ਚ 80-90% ਨੂੰ ਮਾੜਾ ਮਾੜਾ ਗਲਾ ਠੀਕ ਹੋਇਆ, ਠੀਕ ਵੀ ਹੋ ਗਏ ਕਈ, ਉਹ ਜਿਹੜੇ ਆ ਪਤਾ ਵੀ ਨਹੀਂ ਲੱਗਿਆ ਜਿਹੜੇ। ਬਟ ਜੇ ਅਸੀਂ ਉਹਦੀ ਐਗਜ਼ਰਸ਼ਨ ਬਹੁਤ ਕਰਦੇ ਹਾਂ ਤਾਂ ਐਗਜ਼ਰਸ਼ਨ ਕਰਕੇ ਇਹ ਫਿਰ ਜਿਹੜੇ ਸਾਹ ਚੜ੍ਹਨਾ, ਜਿਹੜਾ ਸਬ ਕਲੀਨਿਕਲ ਮਾਇਓਕਾਰਡਾਈਟਸ ਹੁੰਦਾ ਹੈ, ਉਹ ਸਬ ਕਲੀਨਿਕਲ ਮਾਇਓਕਾਰਡਾਈਟਸ ਕਰਕੇ ਇਹਦੇ ਨਾਲ ਅੱਗੇ ਫਿਰ ਨਾ ਮਤਲਬ ਕਿ ਹਾਰਟ ਦਾ ਫੰਕਸ਼ਨ ਘਟਣਾ ਸ਼ੁਰੂ ਹੋ ਜਾਂਦਾ ਆ। ਉਹਦੇ ਨਾਲ ਠੰਡੇ ਪਸੀਨੇ, ਥਕਾਵਟ, ਮਤਲਬ ਕਿ ਲੇਜ਼ੀਨੈਸ, ਬੰਦਾ ਇੱਦਾਂ ਮਰਿਆ ਫੀਲ ਕਰਦਾ, ਇੱਕ ਕਿਸਮ ਦਾ ਜਿੱਦਾਂ ਕਹਿੰਦੇ ਤਾਕਤ ਨਹੀਂ ਹੈ, ਪੰਜਾਬੀ 'ਚ ਅਸੀਂ ਕਹਿੰਦੇ ਯਾਰ ਜਾਨ ਹੀ ਨਹੀਂ ਰਹਿ ਗਈ, ਤੇ ਉੱਦਾਂ ਦੀ ਕੰਡੀਸ਼ਨ ਆ ਜਾਂਦੀ ਹੈ। ਜੇ ਰੈਸਟ ਕਰ ਲੈਂਦੇ ਆ ਤਾਂ ਬੰਦਾ ਠੀਕ ਹੋ ਜਾਂਦਾ। ਇੱਕ ਤਾਂ ਇਹ ਕਾਰਨ ਹੈ ਕਿ ਕਦੀ ਵੀ ਇਹਨਾਂ ਦਿਨਾਂ 'ਚ ਐਗਜ਼ਰਸ਼ਨ ਨਹੀਂ ਕਰਨੀ ਚਾਹੀਦੀ ਜਦੋਂ ਪੈਂਡੈਮਿਕ ਫੈਲੀ ਹੈ। ਜਿੱਦਾਂ ਕਿ ਜੇ ਅਸੀਂ ਐਗਜ਼ਰਸ਼ਨ ਕਰਾਂਗੇ ਤਾਂ ਉਹ ਵੱਧ ਜਾਂਦਾ। ਦੂਜਾ ਟੈਸਟ ਵੀ ਜ਼ਿਆਦਾ ਲੱਗੇ ਹੋਣਾ। ਜਿੱਦਾਂ ਕਿ ਤੁਸੀਂ ਦੇਖਿਆ ਸੀਗਾ ਜਦੋਂ ਬੰਦਿਆਂ ਨੂੰ ਲੋਕਡਾਊਨ ਹੋਇਆ, ਬੰਦਿਆਂ ਨੇ ਦੌੜਨਾ ਮਾਸਕ ਲਾ ਕੇ ਸ਼ੁਰੂ ਕਰਤਾ, ਕਈ ਹਫ ਕਰਨ ਲੱਗ ਪਏ, ਕਈਆਂ ਨੇ ਰਨਿੰਗ, ਜੋਗਿੰਗ। ਫਿਰ ਅਸੀਂ ਦੇਖਿਆ ਇੱਕ ਲੇਖ ਤੇ ਕਿ ਯਾਰ ਇਹ ਤਾਂ ਕਈ ਇਹਨਾਂ 'ਚੋਂ ਕਾਰਡਿਕ ਪੇਸ਼ੈਂਟ ਵੀ ਹੈਗੇ ਆ, ਕਈ ਇਹਨਾਂ ਦੇ ਸਬ ਕਲੀਨਿਕਲ ਇਨਫੈਕਸ਼ਨ ਵੀ ਹੋਣੀ ਹੈ। ਪਲੱਸ ਜਦੋਂ ਮਾਸਕ ਉਤਾਰਦੇ ਪਏ ਹੈ ਤਾਂ ਐਰੋਸੋਲ ਜਨਰੇਟ ਹੁੰਦੀ ਹੈ। ਇਹ ਤਾਂ ਸਾਰਾ ਜਿਹੜਾ ਏਰੀਆ ਉਹ ਵੀ ਇਨਫੈਕਸ਼ਨ ਵਾਲਾ ਹੋ ਜਾਣਾ। ਜਿੱਦਾਂ ਕਿ ਜਿਹੜੇ ਦਿਲ ਦੇ ਮਰੀਜ਼ ਹੈਗੇ, ਜੇ ਅਸੀਂ ਉਹਨਾਂ ਨੂੰ ਪਹਿਲੇ ਜਿੰਨੀ ਐਕਸਰਸਾਈਜ਼ ਦੱਸੀ ਹੁੰਦੀ ਜਿੰਨੀ ਹੈ, ਉਹਨਾਂ ਤੋਂ ਵੀ ਉਹਨਾਂ ਨੇ ਘਟਾ ਦੇਣੀ।
ਜਿੱਥੇ ਵੀ ਇਹਨੂੰ ਦੇਖੋ ਜੀ ਇਸ ਵੇਲੇ ਮਾਸਕ ਲਾਣਾ ਪੈ ਰਿਹਾ। ਇੱਕ ਤਾਂ ਇਦਾਂ ਦੀ ਜਗ੍ਹਾ ਤੇ ਨਾ ਜਾਓ ਜਿੱਥੇ ਕਰਾਊਡਿੰਗ ਹੈਗੀ ਹੈ, ਇਹਨਾਂ ਨੂੰ ਬਹੁਤ ਖਾਸ ਖਿਆਲ ਰੱਖਣਾ ਪੈਣਾ ਹੈ। ਤੇ ਘਰੋਂ ਜਿਸ ਵੇਲੇ ਬਾਹਰ ਨਿਕਲਣਾ ਤਾਂ ਐਸੇ ਟਾਈਮ ਤੇ ਨਿਕਲੋ ਜਿਸ ਵੇਲੇ ਬਹੁਤੇ ਜ਼ਿਆਦਾ ਬੰਦੇ ਨਹੀਂ ਹੈਗੇ। ਸੈਕੰਡਲੀ ਮਾਸਕ ਲੱਗਾ ਹੋਇਆ, ਤੁਸੀਂ ਕੋਈ ਓਵਰ ਐਗਜ਼ਰਸ਼ਨ ਨਹੀਂ ਕਰਨੀ, ਆਰਾਮ ਨਾਲ ਚੱਲਣਾ ਹੈ। ਜੇ ਤੁਸੀਂ ਪਹਿਲੇ ਮੋਡਰੇਟ ਪੇਸ ਤੇ ਚੱਲ ਰਹੇ ਸੀਗੇ ਤਾਂ ਮਾਈਲਡ ਤੇ ਕਰ ਦੇਣਾ। ਤੇ ਦੌੜਨਾ ਤਾਂ ਹੈ ਹੀ ਨਹੀਂ ਇਸ ਸਟੇਜ 'ਚ। ਇਹ ਨਾਰਮਲ ਵਾਲਿਆਂ ਨੇ ਵੀ ਨਹੀਂ ਦੌੜਨਾ, ਤਾਂ ਹਾਰਟ ਵਾਲਿਆਂ ਦਾ ਤਾਂ ਇਸ ਵੇਲੇ ਚਾਂਸ ਹੀ ਨਹੀਂ ਹੈ ਕਿ ਤੁਸੀਂ ਹੈਵੀ ਐਗਜ਼ਰਸ਼ਨ ਕਰਨੀ ਹੈ। ਤੇ ਆਪਣਾ ਬਿਲਕੁਲ ਡੀਪ ਬਰੀਦਿੰਗ ਕਰਦੇ ਹੋਏ ਚੱਲਣਾ ਹੈ। ਕੋਈ ਕਿਸੇ ਵੀ ਸਟੈਪ ਤੇ ਇਹ ਕਰਨਾ ਕਿ ਕਦੀ ਵੀ ਉਹਨਾਂ ਨੂੰ ਜ਼ਿਆਦਾ ਸਾਹ ਨਾ ਚੜੇ। ਜਿੱਤੇ ਜੇ ਆਪਾਂ ਪਹਿਲੇ 70-80% ਐਫੀਸ਼ੀਐਂਸੀ ਤੇ ਕਰਦੇ ਸੀਗੇ ਤਾਂ ਉਹ 50-60% ਰੱਖਣੀ ਹੈ। ਮਤਲਬ ਕਿ ਬਾਡੀ ਨੂੰ ਥੱਕਣ ਦੇਣਾ ਹੀ ਨਹੀਂ, ਬਾਡੀ ਨੂੰ ਸਾਹ ਚੜਨ ਦੇਣਾ ਹੀ ਨਹੀਂ, ਤਾਂ ਕਿ ਕੋਈ ਵੀ ਇਦਾਂ ਦਾ ਨਾ ਹੋਵੇ ਕਿ ਉਹਨਾਂ ਦੀ ਥੱਕਣ ਨਾਲ ਇਮਿਊਨਿਟੀ ਘਟ ਜਾਵੇ ਤੇ ਇਨਫੈਕਸ਼ਨ ਹੋਣ ਦੇ ਚਾਂਸ ਹੋ ਜਾਣ। ਇਦਾਂ ਹੀ ਜਿਹੜੇ ਦੂਸਰੇ ਹੈ, ਜਿਹੜੇ ਹੈਲਦੀ ਬੰਦੇ ਵੀ ਹੈ, ਉਹਨਾਂ ਨੂੰ ਵੀ ਅੱਜ ਕੱਲ੍ਹ ਦੌੜਨਾ ਨਹੀਂ ਚਾਹੀਦਾ। ਇਹ ਦੌੜਨ ਦਾ ਟਾਈਮ ਨਹੀਂ ਹੈ, ਇਹ ਪੈਂਡੈਮਿਕ ਦਾ ਟਾਈਮ ਹੈ। ਤੇ ਇੰਟੈਲੀਜੈਂਟਲੀ ਆਰਾਮ ਨਾਲ ਸੈਰ ਕਰਕੇ ਆਪਣੀ એનર્ਜੀ ਗੇਨ ਕਰਕੇ ਇਮਿਊਨਿਟੀ ਵੀ ਵਧਾਓ, ਡੀਪ ਬਰੀਦਿੰਗ ਵੀ ਕਰੋ, ਮਾਸਕ ਦਾ ਵੀ ਖਿਆਲ ਰੱਖੋ ਕਿ ਮਾਸਕ ਥੱਲੇ ਨਾ ਉਤਾਰੋ, ਔਰ ਬਹੁਤੇ ਹੈਵੀ ਐਗਜ਼ਰਸ਼ਨ ਕਰਕੇ ਬਾਹਰ ਵੱਡੇ ਸਾਹ ਲੈ ਕੇ ਬਾਹਰ ਵੀ ਨਾ ਛੱਡੋ। ਤੇ ਕਿਉਂਕਿ ਜਿਹੜੇ ਆਲੇ ਦੁਆਲੇ ਜਾ ਰਹੇ ਆ ਉਹਨਾਂ ਤੇ ਵੀ ਜਨਰੇਟ ਹੋ ਸਕਦੀ ਹੈ। ਜੇ ਕੋਈ ਵੀ ਬਾਈ ਚਾਂਸ ਕਿਸੇ ਨੂੰ ਮਾਈਨਰ ਇਨਫੈਕਸ਼ਨ ਹੈ ਉਹ ਤੋਂ ਸਪਰੈਡ ਹੋ ਸਕਦੀ ਹੈ। ਤੇ ਬੱਚਿਆਂ 'ਚ ਦੂਜਿਆਂ 'ਚ ਬੱਚਿਆਂ ਨੂੰ ਵੀ ਐਗਜ਼ਰਸ਼ਨ ਨਹੀਂ ਕਰਨੀ ਚਾਹੀਦੀ। ਜਿੱਦਾਂ ਅੱਜ ਕੱਲ੍ਹ ਬੱਚੇ ਦੌੜ ਪੈਣ, ਅੱਜ ਕੱਲ੍ਹ ਹੁਣ ਨਵੀਂ ਆਈ ਹੈ US ਦੇ ਦੂਜੇ ਬੱਚਿਆਂ 'ਚ ਪਲੱਸ ਇੰਡੀਆ 'ਚ ਵੀ ਬੱਚੇ ਆਉਣਾ ਸ਼ੁਰੂ ਹੋ ਗਏ ਹੈ ਜਿਨ੍ਹਾਂ ਦੇ ਹਾਰਟ ਇਨਵੋਲਵ ਹੋ ਗਏ ਹੈ, ਲੰਗਸ ਇਨਵੋਲਵ ਹੋ ਗਏ ਹੈ, ਜਾਂ ਡਾਇਰੀਆ ਨਾਲ ਆਉਣਾ ਸ਼ੁਰੂ ਹੋ ਗਏ ਹੈ। ਤੇ ਇਹ ਸਾਨੂੰ ਬੜਾ ਆ ਕਿ ਬੱਚਿਆਂ ਵੀ ਜਿੱਦਾਂ ਇੱਕ ਕਾਵਾਸਾਕੀ ਡਿਜ਼ੀਜ਼ ਹੁੰਦੀ ਸੀਗੀ ਉਹਦੇ ਉਹ ਪਹਿਲੇ ਆਂਦੀ ਹੁੰਦੀ ਸੀਗੀ, ਤੇ ਉਸ ਵੇਲੇ ਵੀ ਇੱਕ ਆਵਾਜ਼ ਆਈ ਸੀਗੀ ਕਿ ਹਵਾਵਾਂ ਚਾਈਨਾ ਤੋਂ। ਇੱਕ ਡਾਕਟਰ ਨੇ ਇੱਥੇ ਆ ਕੇ PGI ਦੱਸਿਆ ਸੀਗਾ। ਤੇ ਬੜੀ ਇਹ ਹੈ ਕਿ ਇਹ ਕੋਈ ਵਾਇਰਸ ਹੀ ਤਾਂ ਨਹੀਂ ਹੈ, ਉਹ ਵੀ ਕਾਵਾਸਾਕੀ ਵੀ। ਤੇ ਸਾਨੂੰ ਹੁਣ ਵਾਇਰਸ ਦੇ ਵਾਸਤੇ ਫਿਊਚਰ 'ਚ ਇੰਨਾ ਕੁ ਅਲਰਟ ਹੋਣਾ ਪੈਣਾ ਕਿ ਛੋਟੇ ਦੇ ਜ਼ੁਕਾਮ ਨੂੰ ਸਾਨੂੰ ਲਾਈਟਲੀ ਨਹੀਂ ਲੈਣਾ। ਉਹਦੇ ਸਾਰੀ ਇਨਵੈਸਟੀਗੇਸ਼ਨਾਂ ਵੀ, ਰੈਸਟ ਵੀ, ਡਾਈਟ ਵੀ। ਜਿੱਦਾਂ ਕਿ ਅੱਗੇ ਸੀਗਾ ਕਿ ਥੋੜਾ ਜ਼ੁਕਾਮ ਹੋਇਆ, ਬੰਦੇ ਕੰਮ ਕਰਦੇ ਰਹੇ, ਚੱਲਦੇ ਰਹੇ, ਉਹਨੂੰ ਇੱਕਦਮ ਡਾਕਟਰ ਕੋਲ ਵੀ ਸਲਾਹ, ਰੈਸਟ ਵੀ, ਪਲੱਸ ਬਾਕੀ ਚੀਜ਼ਾਂ ਵੀ। ਇਹ ਬਹੁਤ ਹੀ ਜ਼ਰੂਰੀ ਇੱਕ ਨਵੀਂ ਚੀਜ਼ ਨਿਕਲੀ ਹੈ। ਜੀ ਡਾਕਟਰ ਸਾਹਿਬ, ਜਿੱਦਾਂ ਤੁਸੀਂ ਅਕਸਰ ਇਹਨਾਂ ਮੁੱਦਿਆਂ ਤੇ ਕਮੈਂਟਸ ਕਰਦੇ ਹੋ, ਇੱਕ ਅਹਿਮ ਸਵਾਲ ਹੈ, ਕੁਝ ਲੋਕ ਇਸ ਗੱਲ ਨੂੰ ਸਹਿਮਤ ਹੋਣਗੇ, ਕਈ ਨਹੀਂ ਹੋਣਗੇ। ਉਹ ਹੈ ਕਿ ਮੈਡੀਟੇਸ਼ਨ ਦੀ ਗੱਲ, ਦੂਜੀ ਯੋਗਾ ਦੀ ਗੱਲ, ਕਿ ਇਹ ਦੋਨੇ ਗੱਲਾਂ ਜਦੋਂ ਤੁਸੀਂ ਮਨ ਦੀ ਇਕਾਗਰਤਾ ਨਾਲ ਕਰਦੇ ਹੋ, ਇਹ ਵੀ ਤੁਹਾਡੀ ਹੈਲਥ ਨੂੰ, ਸਿਹਤ ਨੂੰ ਠੀਕ ਰੱਖਣ ਦੇ ਲਈ ਇਹ ਕਾਰਗਰ ਸਾਬਤ ਹੁੰਦਾ ਹੈ ਢੰਗ ਤਰੀਕਾ। ਜੀ ਦੇਖੋ ਜੀ, ਮੈਡੀਟੇਸ਼ਨ ਇੱਕ ਬਹੁਤ ਅੱਛੀ ਚੀਜ਼ ਹੈ। ਮੈਡੀਟੇਸ਼ਨ ਨਾਲ ਜਦੋਂ ਤੁਸੀਂ ਕਰਦੇ ਹੋ ਤਾਂ ਸਾਰੇ ਬ੍ਰੇਨ ਦੇ ਸੈਂਟਰ ਉਹ ਬਿਲਕੁਲ ਕੰਸਨਟਰੇਟ ਹੋ ਜਾਂਦੇ ਆ, ਉਹਨਾਂ ਨੂੰ ਬਲੱਡ ਸਪਲਾਈ ਵੱਧਦੀ ਹੈ, ਉਹਨਾਂ ਦਾ ਸਾਰਾ ਬ੍ਰੇਨ, ਤੁਹਾਡਾ ਸਾਰੀ ਜਿਹੜੀ ਹੈ ਬਾਡੀ ਦੇ ਸਾਰੇ ਆਰਗਨ ਦਾ ਕੰਟਰੋਲ ਤੇ ਬ੍ਰੇਨ 'ਚ ਹੁੰਦਾ ਆ। ਇਹਨਾਂ ਦਾ ਫੀਡਬੈਕ ਹੁੰਦਾ। ਜੇ ਕਿਸੇ ਹਾਰਟ ਨੂੰ ਪ੍ਰੋਬਲਮ ਹੈ, ਉੱਥੋਂ ਸਿਗਨਲ ਬ੍ਰੇਨ 'ਚ ਜਾਂਦੇ ਆ, ਜੇ ਉੱਥੋਂ ਬ੍ਰੇਨ 'ਚੋਂ ਵਾਪਸ ਆਉਂਦੇ ਆ। ਜੇ ਉਹ ਸਾਡਾ ਸਿਗਨਲ ਬ੍ਰੇਨ ਦੇ ਚੰਗੇ ਹੋਣ ਪਲੱਸ ਆਰਗਨ ਵੀ ਚੰਗਾ ਹੋਵੇ ਤੇ ਸਾਰੇ ਮਤਲਬ ਕਿ ਚੰਗੇ ਹੁੰਦੇ ਆ। ਇੱਕ ਤੁਹਾਨੂੰ ਯਾਦ ਹੋਣਾ ਪਿਛਲੀ ਵਾਰੀ ਵੀ ਅਸੀਂ ਡਿਸਕਸ ਕੀਤਾ ਸੀਗਾ, ਇਹ ਮੈਡੀਟੇਸ਼ਨ ਜਿੱਦਾਂ ਬ੍ਰੇਨ ਸਿਗਨਲ ਨਾਲ ਲਿੰਕ ਹੈ। ਜਿੱਦਾਂ ਭੁੱਖ ਲੱਗਦੀ ਹੈ, ਈਟਿੰਗ ਵਿਦ ਬ੍ਰੇਨ ਸਿਗਨਲਸ, ਹੰਗਰ ਹੈ ਬ੍ਰੇਨ ਸਿਗਨਲਸ, ਸੈਸਟੀ ਹੈ ਬ੍ਰੇਨ ਸਿਗਨਲਸ। ਜਿਹੜੇ ਮੈਡੀਟੇਸ਼ਨ ਜਿਸ ਵੇਲੇ ਕਰਦੇ ਆ ਤਾਂ ਸਾਰੇ ਸਿਗਨਲ ਬੜੇ ਸਟਰੋਂਗ ਹੋ ਜਾਂਦੇ ਆ, ਸਾਰੇ ਚੰਗਾ ਕੰਮ ਕਰਦੇ ਆ, ਤੇ ਸਾਰੀ ਮਤਲਬ ਕਿ ਉਹ ਵੀ ਰਹਿੰਦੀ ਹੈ, ਇਕਾਗਰਤਾ ਵੀ ਰਹਿੰਦੀ ਹੈ, એનર્ਜੀ ਵੀ ਰਹਿੰਦੀ ਬਾਡੀ 'ਚ। ਤੇ ਇਹ ਮੈਡੀਟੇਸ਼ਨ ਤਾਂ ਇੱਕ ਪਾਰਟ ਹੈ ਕਿ ਤੁਸੀਂ ਨਾ ਬਰੀਦਿੰਗ ਵੀ ਡੀਪ ਕਰਨੀ ਹੈ ਤੇ ਮੈਡੀਟੇਸ਼ਨ ਵੀ। ਰਹੀ ਯੋਗਾ ਦੀ ਗੱਲ, ਯੋਗਾ 'ਚ ਹੈਗੀਆਂ ਜਿਹੜੀਆਂ ਵੀ ਤੁਸੀਂ ਲਾਈਟ ਫਿਜ਼ੀਕਲ ਐਕਸਰਸਾਈਜ਼ ਦੀਆਂ, ਲਾਈਟ ਵਾਲੀਆਂ, ਬਹੁਤੀਆਂ ਹੈਵੀ ਨਹੀਂ ਕਰਨੀਆਂ ਚਾਹੀਦੀਆਂ ਅੱਜ ਕੱਲ੍ਹ, ਕਿ ਇੱਦਾਂ ਦੀਆਂ ਜਿਹੜੀਆਂ ਬੜੀਆਂ ਹੈਵੀ ਹੈ ਉਹਦੇ 'ਚ ਤੁਹਾਨੂੰ ਥੱਕਣਾ ਨਹੀਂ ਚਾਹੀਦਾ। ਤੇ ਕੋਈ ਵੀ ਜਦੋਂ ਸੂਰਜ ਨਮਸਕਾਰ ਹੈ, ਪ੍ਰਾਣਾਯਾਮ ਹੈ, ਡੀਪ ਬਰੀਦਿੰਗ ਹੈ, ਇੱਦਾਂ ਦੀਆਂ ਪਲੱਸ ਲਾਈਟ ਐਕਸਰਸਾਈਜ਼ ਹੈ, ਹੈਂਡ ਦੀਆਂ, ਸ਼ੋਲਡਰ ਦੀਆਂ, ਨੈਕ ਦੀਆਂ, ਉਹ ਕਰਨੀਆਂ ਚਾਹੀਦੀਆਂ ਸਾਨੂੰ। ਤੇ ਇਹ ਸਾਰੀਆਂ ਨੂੰ ਇਨਕਰੇਜ ਕਰਨੀਆਂ ਚਾਹੀਦੀਆਂ, ਕਿਉਂਕਿ ਇਸ ਵੇਲੇ ਬਹੁਤਾ ਬਾਹਰ ਜਾਣ ਦਾ ਵੀ, ਦੌੜਨ ਦਾ ਟਾਈਮ ਨਹੀਂ ਹੈ ਬਾਹਰ ਵੀ। ਤੇ ਕੁਛ ਬਾਹਰ ਸੈਰ, ਕੁਛ ਅੰਦਰ ਯੋਗਾ, ਆਪਣੀ ਬਾਡੀ ਦੀਆਂ ਸਾਰੇ ਚੱਲਦੀਆਂ ਰਹਿਣ, ਕਿਉਂਕਿ ਇਹਦੇ 'ਚ ਹਾਈਪਰ ਕੋਗੂਲੇਟਿਵ ਸਟੇਟ 'ਚ ਕਲੌਟ ਬਣਨ ਦੇ ਚਾਂਸ ਰਹਿੰਦੇ ਆ, ਆਰਟਰੀ 'ਚ ਵੀ, ਵੇਨ 'ਚ ਵੀ। ਇੱਕ ਜਿਹੜੀ ਇਨਫੈਕਸ਼ਨ ਹੈ, ਇਨਫਲੇਮੇਟਰੀ ਸਟੇਟ ਇੱਦਾਂ ਦੀ ਹੈ ਕਿ ਇਨਫਲੇਮੇਟਰੀ ਸਾਈਟੋਕਾਈਨ ਰਿਲੀਜ਼ ਹੁੰਦੇ ਆ। ਉਹ ਸਾਈਟੋਕਾਈਨ ਜਿਹੜੇ ਆ ਸਾਰੇ ਵੈਸਲ 'ਚ ਉਹ ਆ ਜਾਂਦੇ ਆ, ਖੂਨ 'ਚ ਆ ਜਾਂਦੇ ਆ, ਤੇ ਉਹਨੂੰ ਸਾਰਾ ਖਰਾਬ ਕਰਦੇ ਆ।
ਤੇ ਹਾਰਟ ਜੀ ਜਿਹੜਾ ਡਾਕਟਰ ਸਾਹਿਬ ਇੱਕ ਬੜਾ ਸਰ ਇੱਕ ਛੋਟਾ ਜਿਹਾ ਸਵਾਲ ਹੈ ਪਰ ਹੈ ਬੜਾ ਇੰਪੋਰਟੈਂਟ। ਜਿੱਦਾਂ ਹੁਣ ਕੁਝ ਥੋੜੀ ਰਿਲੈਕਸੇਸ਼ਨ ਹੋਈ ਹੈ, ਮੈਂ ਦੇਖਦਾ ਹਾਂ ਕਿ ਸ਼ਹਿਰਾਂ ਦੇ ਅੰਦਰ ਆਪਣੇ ਮਹੱਲਿਆਂ 'ਚ ਸੈਕਟਰਾਂ 'ਚ ਜਿਹੜੇ ਬੱਚੇ ਆ ਉਹ ਸਾਈਕਲਿੰਗ ਤੇ ਬੜਾ ਜ਼ੋਰ ਦੇ ਰਹੇ ਆ ਸਾਰੇ, ਕਿ ਸਾਈਕਲ ਕੋਈ 4 ਬੱਚੇ ਇੱਧਰ ਇਕੱਠੇ ਹੋ ਕੇ ਦੜਾ ਰਿਹਾ ਕਿ ਦੂਜੇ ਪਾਸੇ ਦੜਾ ਰਿਹਾ, ਕਿ ਜਿੱਦਾਂ ਦੀ ਸਥਿਤੀ ਬਣੀ ਆ ਤੁਹਾਨੂੰ ਲੱਗਦਾ ਕਿ ਇੱਦਾਂ ਸਾਈਕਲਿੰਗ ਜਿਹੜੀ ਜ਼ਿਆਦਾ ਉਹਨਾਂ ਦੀ ਜ਼ੋਰਦਾਰ ਐਕਸਰਸਾਈਜ਼ ਹੈ ਇਹ ਵੀ ਬੱਚਿਆਂ ਦੇ ਲਈ ਮਨਾ ਹੈ? ਜੀ ਸਿੱਧੂ ਸਾਹਿਬ, ਮੈਂ ਵੀ ਅੱਜ ਹੀ ਇਹ ਨੋਟ ਕੀਤੀ ਹੈ। ਅੱਜ ਮੈਂ ਦੇਖੇ ਕਿ ਬੱਚੇ ਜਿਹੜੇ ਪਲੱਸ ਦੂਜੇ ਵੀ ਬੜੀ ਤੇਜ਼ ਸਾਈਕਲ ਚਲਾ ਰਹੇ ਸੀਗੇ। ਅਸੀਂ ਜਿਹੜੀ ਐਗਜ਼ਰਸ਼ਨ ਤੇ ਤਾਂ ਸਟੇਟਮੈਂਟ ਕਿਉਂਕਿ ਸਕੂਲਾਂ ਤੋਂ ਵਿਹਲੇ ਆ ਨਾ ਜੀ, ਸਕੂਲਾਂ ਤੋਂ ਵਿਹਲੇ ਆ। ਉਹ ਇਹਨਾਂ ਨੂੰ ਸਾਈਕਲ ਵੀ ਬੜੇ ਜਿਹੜੀ ਬੜੀ ਸਪੀਡ ਨਾਲ ਜ਼ੋਰ ਲਾ ਕੇ ਨਹੀਂ ਚਲਾਉਣੀ ਚਾਹੀਦੀ, ਆਰਾਮ ਨਾਲ ਸਾਈਕਲ ਚਲਾਉਣ, ਕਦੀ ਵੀ ਥੱਕਣ ਨਾ, ਕਿਉਂ ਤਾਂ ਬੱਚਿਆਂ ਦੀ ਆਦਤ ਹੁੰਦੀ ਹੈ ਕਿ ਇੱਕਦਮ ਸਪੀਡ ਫੜ ਲਈ। ਬਟ ਇਸ ਵੇਲੇ ਉਹਨਾਂ ਨੂੰ ਬਹੁਤ ਖਿਆਲ ਰੱਖਣਾ ਹੈ ਕਿ ਰੋਡ ਤਾਂ ਭਾਵੇਂ ਖਾਲੀ ਹੈ ਪਰ ਸਾਡੀ ਬਾਡੀ ਵਾਸਤੇ ਸਾਡੇ, ਕਿਉਂਕਿ ਅਸੀਂ ਮਾਸਕ ਵੀ ਲਾਇਆ ਹੋਇਆ, ਮਾਸਕ ਨਾਲ ਸਾਡੀ ਆਕਸੀਜਨ ਵੀ ਘਟ ਜਾ ਰਹੀ ਹੈ। ਜੇ ਅਸੀਂ ਉਹਦੀ ਰਿਕੁਆਇਰਮੈਂਟ ਵਧਾ ਲਈ ਤਾਂ ਡਿਮਾਂਡ ਸਪਲਾਈ ਮਿਸਮੈਚ ਹੋ ਕੇ ਸਾਡੇ ਲੰਗਸ ਔਰ ਹਾਰਟ ਤੇ ਪ੍ਰੈਸ਼ਰ ਪੈ ਜਾਣਾ, ਤੇ ਉਹਦੇ ਕਰਕੇ ਸਾਡਾ ਬਾਈ ਚਾਂਸ ਮਾਈਨਰ ਦੀ ਕਿਸੇ ਨੂੰ ਬੱਚੇ ਨੂੰ ਇਨਫੈਕਸ਼ਨ ਹੈ ਉੱਥੇ ਡਿੱਗ ਜਾਏਗਾ ਸਾਈਕਲ ਚਲਾਉਂਦਾ ਹੀ, ਤਾਂ ਜਿਹੜਾ ਕਿ ਬੜਾ ਕੈਟਾਸਟ੍ਰੋਫਿਕ ਹੋ ਸਕਦਾ ਹੈ। ਤੇ ਹਾਂ, ਇਸ ਕਰਕੇ ਬਹੁਤ ਖਤਰਨਾਕ ਸਾਬਤ ਹੋ ਸਕਦਾ ਬੱਚਿਆਂ ਨੂੰ ਜੀ ਤੇ ਬਹੁਤ ਹੀ ਸਰ ਜੀਵਨ ਸ਼ੈਲੀ ਬਦਲਣ ਦੀ ਜੀ ਸਰ ਜੀਵਨ ਸ਼ੈਲੀ ਬਦਲਣ ਦੀ ਗੱਲ ਕਰਦੇ ਹਾਂ ਤੁਸੀਂ, ਇੱਕ ਬਹੁਤ ਵੱਡਾ ਸਵਾਲ ਆ ਜਿਹੜਾ ਕਿ 2-4-10 ਦਿਨਾਂ ਦੇ ਵਿੱਚ ਤਾਂ ਇਹਦੇ 'ਚ ਤਬਦੀਲੀ ਨਹੀਂ ਆ ਸਕਦੀ। ਸਾਡੀ ਜਿਹੜੀ ਸੱਭਿਅਤਾ ਹੈਗੀ ਹੈ, ਪਹਿਲਾਂ ਸੀ ਕਿ ਅਸੀਂ ਵੱਡੇ ਸ਼ਹਿਰ ਉਸਾਰ ਲਏ, 50-50 ਮੰਜ਼ਲਾਂ ਇਮਾਰਤਾਂ ਦੀਆਂ ਖੜੀਆਂ ਕਰ ਲਈਆਂ ਜਿਹੜੀਆਂ ਅਸਮਾਨ ਨੂੰ ਛੂੰਹਦੀਆਂ ਸੀ, ਇਹੀ ਸਾਡੀ ਪ੍ਰਾਪਤੀ ਮੰਨੀ ਗਈ ਹੈ। ਹੁਣ ਜਿੱਦਾਂ ਦਾ ਨਵਾਂ ਸਿਸਟਮ, ਜਿੱਦਾਂ ਕਰੋਨਾ ਮਹਾਮਾਰੀ ਦੀ ਗੱਲ ਆ ਰਹੀ ਹੈ, ਲੱਗਦਾ ਨਹੀਂ ਕਿ ਸਾਨੂੰ ਮੁੜ ਕੇ ਫੇਰ ਜਿਹੜੇ ਹੈਗੇ ਛੋਟੇ ਕਸਬੇ, ਛੋਟੇ ਸ਼ਹਿਰ ਜਾਂ ਛੋਟੇ ਪਿੰਡ, ਉਹਦੇ 'ਚ ਅਗਰ ਅਸੀਂ ਬੁਨਿਆਦੀ ਸਹੂਲਤਾਂ ਦੇਈਏ, ਇੱਦਾਂ ਦਾ ਢਾਂਚਾ ਵਿਕਸਿਤ ਕਰੀਏ ਤਾਂ ਸ਼ਾਇਦ ਲੰਮੇ ਸਮੇਂ ਲਈ ਇਹੋ ਜਿਹੀਆਂ ਬਿਮਾਰੀਆਂ ਦਾ ਟਾਕਰਾ ਕਰ ਸਕਦੇ ਹਾਂ। ਬਹੁਤ ਵੱਡਾ ਸਵਾਲ ਆ ਆਉਣ ਵਾਲੇ ਸਮਿਆਂ ਦੇ ਲਈ। ਡਾਕਟਰ ਸਾਹਿਬ ਕਿਵੇਂ ਦੇਖੋਗੇ? ਜੀ ਬਿਲਕੁਲ ਤੁਸੀਂ ਠੀਕ ਕਿਹਾ। ਅਗਲਾ ਜਿਹੜਾ ਦੌਰ ਹੈ ਜ਼ਮਾਨੇ ਦਾ, ਜ਼ਿੰਦਗੀ ਦਾ, ਉਹ ਜਿਹੜਾ ਹੁਣ ਸ਼ਹਿਰਾਂ 'ਚ ਨਹੀਂ, ਸ਼ਹਿਰਾਂ ਤੋਂ ਪਰੇ ਉਹ ਸਾਰਾ ਡਿਸਟ੍ਰੀਬਿਊਟ ਹੋਏਗਾ, ਖੁੱਲੇ ਲੋਕੀ ਰਹਿਣਗੇ। ਔਰ ਜੇ ਕੰਜਸਟਡ ਤੁਸੀਂ ਬਿਲਡਿੰਗ ਫਲੈਟਾਂ 'ਚ ਜਿੱਥੇ ਕਿ ਬਹੁਤ ਕੰਜੈਸ਼ਨ ਹੋ ਜਾਂਦਾ ਟ੍ਰੈਫਿਕ ਦਾ, ਉਹ ਹੁਣ ਅਵੋਇਡ ਹੋਏਗਾ। ਔਰ ਸੈਕੰਡਲੀ, ਜਿੱਦਾਂ ਕਿ ਮੈਂ ਸ਼ਾਇਦ ਪਿਛਲੀ ਵਾਰੀ ਗੱਲ ਕੀਤੀ ਸੀਗੀ, ਇਹ ਆਪਾਂ ਜਿਹੜੇ ਸਿਟੀ ਦੇ ਆਲੇ ਦੁਆਲੇ ਇੱਕ ਤਾਂ ਇੰਡਸਟਰੀ ਨੂੰ ਵੀ ਪੈਰੀਫਰੀ ਤੇ ਲੈ ਜਾਈਏ, ਥੋੜੀ ਇੰਡਸਟਰੀ ਜਿਹੜੀ ਰਵੇ, ਕਿਉਂਕਿ ਸੋਸ਼ਲ ਡਿਸਟੈਂਸਿੰਗ ਹੋਣੀ ਹੈ। ਉਹਨਾਂ ਦੇ ਡਿਸਟੈਂਸ ਤੇ ਵੀ ਜਦੋਂ ਪਿੱਛੇ ਇੰਡਸਟਰੀ ਵਾਲੇ ਗੱਲ ਕਰ ਰਹੇ ਸੀਗੇ ਕਿ ਇਹ ਸੁਸਾਈਡ ਨਾ ਕਰ ਲੈਣ ਇੰਡਸਟਰੀ ਵਾਲੇ, ਜਾਂ ਤੁਹਾਨੂੰ ਯਾਦ ਹੋਣਾ ਪਿਛਲੇ ਗੱਲ 'ਚ ਤਾਂ ਅਸੀਂ ਕਿਹਾ ਸੀਗਾ ਕਿ ਤੁਸੀਂ ਇੰਡਸਟਰੀ ਨੂੰ ਸਾਈਡ ਤੇ ਲੈ ਜਾਓ, ਇੱਦਾਂ ਹੀ ਘਰ ਵੀ ਬਾਹਰ ਜਾਣਗੇ, ਲੇਕਸ ਵੀ ਬਣਨ, ਉੱਥੇ ਇਨਫਰਾਸਟ੍ਰਕਚਰ ਵੀ ਹੋਵੇ, ਟੂਰਿਜ਼ਮ ਵੀ ਉਧਰ ਨੂੰ ਜਾਏ, ਤਾਂ ਜਿਹੜਾ ਪੈਰੀਫਰੀ ਦੇ ਸਿਟੀ ਦੇ 20-30 ਕਿਲੋਮੀਟਰ ਦਾ ਏਰੀਆ ਹੈ ਇਹ ਹੋਰ ਬਿਊਟੀਫੁਲ ਹੋ ਜਾਏ। ਔਰ ਸੈਕੰਡਲੀ, ਅਗਰ ਇਹਦੀ ਸਿਕਿਉਰਿਟੀ ਹੈ, ਉਹ ਰਿੰਗ ਰੋਡ ਤੇ ਇੱਦਾਂ ਕੋਈ ਪਾਲਿਸਿੰਗ ਹੋ ਜਾਏ, ਚੱਲ ਜਾਵੇ, ਇੱਧਰ ਵੀ ਚੱਲ ਜਾਵੇ, ਵੈਨਾਂ ਖੜੀਆਂ ਹੋਣ ਜਿੱਦਾਂ ਹੈਗੀਆਂ, ਕਿਤੇ ਵੀ ਪੈਂਦੀ ਹੈ, 3 ਚੀਜ਼ਾਂ ਚਾਹੀਦੀਆਂ ਹੁੰਦੀਆਂ। ਸਿਕਿਉਰਿਟੀ, ਬੰਦੇ ਕਿਉਂ ਨਹੀਂ ਜਾਂਦੇ? ਸਿਕਿਉਰਿਟੀ ਡਰਦੇ ਕਿ ਯਾਰ ਉੱਥੇ ਕੁਝ ਹੋ ਨਾ ਜਾਵੇ, ਬਿਜਲੀ, ਪਾਣੀ ਤੇ ਬਾਕੀ ਲਾਈਟਸ, ਰੋਡਸ। ਬਾਕੀ ਜਿਹੜਾ ਆ ਅੱਜ ਕੱਲ 15-20 ਕਿਲੋਮੀਟਰ 30 ਕਿਲੋਮੀਟਰ ਗੱਡੀਆਂ ਨਾਲ ਰਿਹਾ ਨਹੀਂ ਹੋਇਆ, ਸਾਰੇ ਕਮਿਊਨੀਕੇਸ਼ਨ ਹੈ, ਉਹਦੇ ਨਾਲ ਸ਼ਹਿਰ ਵੀ ਠੀਕ ਹੋ ਜਾਣੇ, ਬਿਮਾਰੀਆਂ ਵੀ ਠੀਕ ਹੋ ਜਾਣੀਆਂ, ਪੋਲੂਸ਼ਨ ਵੀ ਠੀਕ ਹੋ ਜਾਣੀ, ਤੇ ਇੱਕ ਨਵਾਂ ਭਾਰਤ, ਨਵਾਂ ਇਤਿਹਾਸ ਇੱਕ ਰਚਿਆ ਜਾਏਗਾ। ਔਰ ਬਿਮਾਰੀ ਜਿਹੜੀ ਹੈ ਇਹ ਕਰੋਨਾ ਕੀ, ਅੱਗੇ ਜਿਹੜੀ ਪਤਾ ਨਹੀਂ ਕੀ ਬਿਮਾਰੀਆਂ ਆਣੀਆਂ, ਹਾਲੇ ਤਾਂ ਪਤਾ ਹੀ ਨਹੀਂ ਹੈ ਕਿ ਪਹਿਲੇ ਵੀ ਆਉਂਦੀਆਂ ਸੀਗੀਆਂ, ਪਰ ਇਹਨੇ ਇੰਨੀ ਕੁ ਦਹਿਸ਼ਤ ਫੈਲਾ ਦੀ, ਕੰਟੇਜੀਅਸਨੈਸ ਇੰਨੀ ਹੈ ਇਹਦੀ। ਹੁਣ ਉਹ ਕੰਟੇਜੀਅਸਨੈਸ ਨੂੰ ਤੋੜਨ ਦਾ ਹੀ ਅਸੀਂ ਇਹ ਤਰੀਕਾ ਆ ਕਿ ਜੀ ਪੈਰੀਫਰੀ ਨੂੰ ਪੂਰਾ ਕਰੋ, ਤੁਸੀਂ ਡਿਸਟੈਂਸਿੰਗ ਰੱਖੋ। ਹੁਣ ਮੈਂ ਕਹਿ ਰਿਹਾ ਸੀਗਾ ਅੱਜ ਹੀ, ਜਿੱਦਾਂ ਅਸੀਂ ਬਾਪੂ ਧਾਮ 'ਚ ਕਿਹਾ ਕਿ ਇੱਥੇ ਇੰਨੀ ਕੰਟੇਜੀਅਸਨੈਸ ਹੈ, ਸਾਰੇ ਡਰੇ ਪਏ ਹੈ, ਤਾਂ ਅਸੀਂ ਕਿਹਾ ਇਹਨਾਂ ਦੇ ਆਲੇ ਦੁਆਲੇ ਟੈਂਟ ਬਣਾ ਦਿਓ, ਜਿਹੜੇ ਪੈਰੀਫਰੀ ਤੇ ਕਮਿਊਨਿਟੀ ਸੈਂਟਰ ਹੈ, ਸਕੂਲ ਹੈ, ਉੱਥੇ ਜਿਹੜੇ ਪੋਜ਼ਿਟਿਵ ਕੁਆਰੰਟਾਈਨ ਕਰ ਦਿਓ ਤੇ ਉਹਨਾਂ ਨੂੰ ਟੈਲੀ ਨਾਲ ਦੇ ਦਿਓ। ਔਰ ਅੱਜ ਮੈਂ ਉਦਾਂ ਹੀ ਕਿਹਾ, ਜਿਨ੍ਹਾਂ ਕੋਲ ਘਰ ਦੇ ਕਮਰੇ ਨਹੀਂ, ਅੱਜ ਕੱਲ੍ਹ ਤਾਂ ਕੋਠਿਆਂ ਤੇ ਵੀ 2 ਮੰਜੇ ਲਾ ਕੇ ਉਹਦੇ ਤੇ ਉਹ ਪਲਾ ਲਓ ਤੇ ਸੋਸ਼ਲ ਡਿਸਟੈਂਸਿੰਗ ਹੋ ਜਾਂਦੀ ਹੈ। 14 ਦਿਨ ਦੀ ਗੱਲ ਹੈ, ਉਹਦੇ 'ਚ ਬੰਦੇ ਠੀਕ ਹੋ ਜਾਂਦੇ ਆ। ਜੇ ਕੰਜਸਟਡ ਹੈਗਾ ਆ ਤਾਂ ਉਹ ਫਿਰ ਇਦਾਂ ਫੈਮਿਲੀ 'ਚੋਂ ਫੈਲਣਾ ਕਿ ਸਾਰੇ ਉਹਦੇ 'ਚ ਹੀ ਹੋ ਜਾਣਾ, ਕਲਸਟਰ 'ਚ। ਡਾਕਟਰ ਸਾਹਿਬ ਤੁਸੀਂ ਵੀ ਹਿਮਾਚਲ ਨਾਲ ਸੰਬੰਧ ਰੱਖਦੇ ਹੋ। ਆਪਾਂ ਬਹੁਤੇ ਪਹਿਲਾਂ ਪਿੰਡਾਂ 'ਚ ਹੀ ਆਏ ਹਾਂ। ਮੇਰਾ ਖਿਆਲ ਜਿਹੜਾ ਪੁਰਾਣਾ ਸਿਸਟਮ ਸੀ ਕਿ ਲੋਕ ਆਪਣੇ ਮੰਜੇ ਖਿੱਚਦੇ ਸੀ ਤੇ ਮੰਜਿਆਂ 'ਤੇ ਸੌਂ ਜਾਂਦੇ ਸੀਗੇ,
ਕੋਈ 2 ਵਿਹੜੇ 'ਚ ਸੌਂ ਰਿਹਾ, 2 ਛੱਤ ਤੇ ਸੌਂ ਰਿਹਾ, 2 ਬਾਹਰ ਸੌਂ ਰਿਹਾ। ਕੋਈ ਲੱਗਦਾ ਕਿ ਇਦਾਂ ਦਾ ਹੀ ਰੁਝਾਨ ਮੁੜ ਕੇ ਡਿਵੈਲਪ ਹੋਏਗਾ ਤਾਂ ਕਿ ਅਸੀਂ ਫਿਜ਼ੀਕਲ ਦੂਰੀ ਆਪਣੇ ਆਪ ਹੀ ਰੱਖ ਸਕੀਏ ਤਾਂ ਸ਼ਾਇਦ ਬਚਾ ਰਹਿ ਸਕਦਾ ਇਦਾਂ ਦੀਆਂ ਬਿਮਾਰੀਆਂ ਤੋਂ। ਜੀ ਜੀ ਬਿਲਕੁਲ ਉਦਾਂ ਹੀ ਹੋਏਗਾ। ਰਾਦਰ ਕੀ ਲੋਕੀ ਜਿਹੜੇ ਫਾਰਮ ਹਾਊਸ ਜਾਂ ਆਪਣੇ ਇਦਾਂ ਦੇ ਪਿੰਡਾਂ 'ਚ ਘਰਾਂ 'ਚ ਰਹਿਣਾ ਜ਼ਿਆਦਾ ਪਸੰਦ ਕਰਨਗੇ ਖੁੱਲੇ 'ਚ, ਜਿੱਦਾਂ ਕਿ ਉੱਥੇ ਸਵੇਰੇ ਸ਼ਾਮ ਜਿਸ ਵੇਲੇ ਦਰਖਤਾਂ ਦੇ ਥੱਲੇ ਜਾਂ ਉੱਦਾਂ ਨੈਚੁਰਲ ਹਵਾ ਵੀ ਲੈਣਗੇ, ਉਹ ਲੈਣਗੇ ਤੇ ਲੌਂਜੀਵਿਟੀ ਜਿਹੜੀ ਹੈ ਇਹ ਵੱਧ ਜਾਏਗੀ। ਉੱਦਾਂ ਵੀ ਸਾਡੇ ਲਿਟਰੇਚਰ 'ਚ ਵੀ ਹੈਗਾ, ਜਿਹੜੇ ਸਿਟੀ 'ਚ ਰਹਿੰਦੇ ਆ ਜਾਂ ਵਿਲੇਜ 'ਚ ਰਹਿੰਦੇ ਆ ਉਹਨਾਂ ਨੂੰ ਡਬਲ ਹਾਰਟ ਅਟੈਕ ਦੀ ਪ੍ਰੋਬਲਮ ਹੁੰਦੀ ਹੈ। ਜਿਹੜੇ ਆ ਜੇ ਇੰਸੀਡੈਂਸ ਹੈ ਹਾਈਪਰਟੈਂਸ਼ਨ ਦਾ, ਕੋਰੋਨਰੀ ਆਰਟਰੀ ਡਿਜ਼ੀਜ਼ ਦਾ, ਸਿਟੀ 'ਚ ਜ਼ਿਆਦਾ ਆ, ਵਿਲੇਜ 'ਚ ਘੱਟ ਹੈ, ਕਿਉਂਕਿ ਉੱਥੇ ਆਕਸੀਜਨ ਵੀ ਹੈਗੀ ਹੈ, ਸੋਸ਼ਲ ਡਿਸਟੈਂਸਿੰਗ ਵੀ ਹੈਗੀ ਹੈ, ਮੈਂਟਲ ਰਿਲੈਕਸੇਸ਼ਨ ਵੀ ਹੈਗੀ ਹੈ, ਨੇਚਰ ਵੀ ਹੈਗੀ ਹੈ। ਤੇ ਇਹ ਇੱਕ ਬਹੁਤ ਵੱਡਾ ਬਦਲਾਅ ਆਏਗਾ ਕਿਉਂਕਿ ਰਹਿਣਾ ਹੀ ਪੈਣਾ ਆ, ਅਦਰਵਾਈਜ਼ ਹੀ ਸਾਨੂੰ ਸੋਸ਼ਲ ਡਿਸਟੈਂਸਿੰਗ ਤੇ ਉਹ ਜਿਹੜਾ ਕਿ ਚੰਗਾ ਵੀ ਹੋਏਗਾ। ਯੈਸ ਸਰ, ਇੱਕ ਆਖਰੀ ਸਵਾਲ ਜਿਹੜਾ ਹੈਗਾ, ਆਪਾਂ ਆਮ ਆਦਮੀ ਦੀ ਗੱਲ ਕੀਤੀ ਹੈ, ਸਰਕਾਰ ਬਾਰੇ ਮੈਂ ਇੱਕ ਸਵਾਲ ਲੈਣਾ ਚਾਹਾਂਗਾ ਕਿ ਪਿਛਲੇ ਸਮਿਆਂ 'ਚ ਹੈਲਥ ਸੈਕਟਰ ਵੱਲ ਇੰਨਾ ਧਿਆਨ ਨਹੀਂ ਦਿੱਤਾ ਗਿਆ, ਚਾਹੇ ਪੰਜਾਬ ਸਰਕਾਰ ਆ ਚਾਹੇ ਕੇਂਦਰ ਦੀਆਂ ਸਰਕਾਰਾਂ ਹੈਗੀਆਂ। ਜਿਹੜਾ ਹੈਲਥ ਦਾ ਬਜਟ ਹੈ ਉਹਨੂੰ ਵੀ ਪ੍ਰਾਇੋਰਟੀ ਦੇਣੀ ਪਏਗੀ। ਡਾਕਟਰ ਸਾਹਿਬ ਕੋਈ ਸੁਜੈਸ਼ਨ ਇੱਦਾਂ ਦੀਆਂ PGI ਤੇ ਹੋਰ ਵੱਡੀਆਂ ਆਰਗੇਨਾਈਜੇਸ਼ਨਾਂ ਦੇਣਗੀਆਂ ਕਿ ਹੁਣ ਇਹਦੇ ਬਗੈਰ ਗੁਜ਼ਾਰਾ ਨਹੀਂ ਹੈ? ਜੀ ਦੇਖੋ, ਜਿੱਦਾਂ ਕਿ ਗਵਰਨਮੈਂਟ ਆਪਣੇ ਅਕੋਰਡਿੰਗਲੀ ਸਾਰਾ ਹੈਲਥ ਨੂੰ ਖਿਆਲ ਰੱਖਦੀ ਹੈ, ਘੱਟ ਹੁੰਦਾ ਸੀਗਾ, ਬਟ ਆਈ ਥਿੰਕ ਹੁਣ ਤਾਂ ਉਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਗਿਆ ਕਿ ਇਹਦੇ ਤੇ ਦੇਣਾ ਪੈਣਾ ਆ। ਜੇ ਨਹੀਂ ਦਿੱਤਾ ਤਾਂ ਸਾਰਾ ਹੈਲਥ ਦਾ ਬਜਟ ਹੀ ਇੱਥੇ ਲੱਗ ਜਾਣਾ। ਹੁਣ ਜਿੱਦਾਂ ਇਸ ਵੇਲੇ ਲੱਗ ਰਿਹਾ, ਜੇ ਇਹਨੂੰ ਅਸੀਂ ਸਟੈਡਲੀ ਇਹਦਾ ਕੁਝ 3-5-7% ਅਸੀਂ ਰੱਖ ਲਈਏ GDP ਦਾ, ਤੇ ਕਿੱਦਾਂ ਇਨਫਰਾਸਟ੍ਰਕਚਰ ਹੋ ਜਾਣਾ। ਕਿਉਂਕਿ ਹੈਲਥ ਹੈਗੀ ਹੈ ਤਾਂ ਇਕਨੋਮੀ ਵੀ ਹੈਗੀ ਹੈ, ਹੈਲਥ ਹੈਗੀ ਹੈ ਤਾਂ ਵੈਲਥ ਵੀ ਹੈਗਾ, ਹੈਲਥ ਹੈਗੀ ਹੈ ਤਾਂ ਬੱਚਿਆਂ ਦਾ ਭਵਿੱਖ ਵੀ ਹੈਗਾ, ਹੈਲਥ ਹੈਗੀ ਹੈ, ਹੈਲਥ ਨਾਲ ਹੀ ਸਾਰਾ ਰਿਲੇਟਡ ਹੈ, ਤਾਂ ਐਜੂਕੇਸ਼ਨ ਵੀ ਹੈਗੀ ਹੈ, ਹੈਲਥ ਹੈਗੀ ਹੈ ਤਾਂ ਮੈਨ ਫੋਰਸ ਵੀ ਹੈਗੀ ਹੈ। ਉਹ ਜਿੱਦਾਂ ਕਿ ਅਸੀਂ ਰੋਮੈਟਿਕ ਹਾਰਟ ਡਿਜ਼ੀਜ਼ ਤੇ ਕੰਮ ਕਰ ਰਹੇ ਸੀਗੇ, ਉਹਦੇ ਤੇ ਅਸੀਂ ਬਹੁਤ ਕੀਤਾ। ਡਾਕਟਰ ਛਤਵਾਲ ਸੀਗੇ ਜਰਮਨੀ ਦੇ, ਵੈਕਸੀਨ ਤੇ ਵੀ ਲੱਗੇ ਹੋਏ ਸੀ ਅਸੀਂ, ਤੇ ਅਸੀਂ ਉਹਨਾਂ ਨਾਲ ਜਿਸ ਲਈ ਡਿਸਕਸ਼ਨ ਕਰੀਦਾ ਸੀਗਾ ਕਿ ਇਹ ਸਾਡੇ ਬੱਚਿਆਂ ਦੇ ਛੋਟੇ ਦੇ ਹਾਰਟ ਦੇ ਛੇਦ ਹੋ ਜਾਂਦੇ ਆ, ਨਹੀਂ ਵੈਲਵ ਖਰਾਬ ਹੋ ਜਾਂਦੇ ਆ, ਸਕੂਲਾਂ 'ਚ ਜਾਇਆ ਨਹੀਂ ਪੈਂਦਾ, ਇੰਜੈਕਸ਼ਨ ਲਾਣਾ ਪੈਂਦੇ ਆ, ਉਹਦੇ ਤੇ ਅਸੀਂ ਬੜਾ ਕੰਮ ਕੀਤਾ। ਤੇ ਉਹ ਜਿਹੜੀ ਇਹ ਵਰਕ ਫੋਰਸ ਹੈ ਉਹ ਘਟ ਜਾਂਦੀ ਹੈ, ਨਾ ਤਾਂ ਉਹ ਕੰਮ ਕਰਨ ਜੋਗੇ ਵਿਚਾਰੇ ਰਹਿੰਦੇ ਪੂਰਾ। ਤੇ ਉਹ ਇਸੇ ਹੀ ਕਰਕੇ ਜੇ ਸਾਰੀ ਸਾਡੀ ਸੁਸਾਇਟੀ ਹੈਲਦੀ ਹੋਏਗੀ ਤਾਂ ਉਹ ਜਿਹੜੀ ਹੈ ਕਿ ਜਿਹੜੀ ਫੋਰਸ ਹੋਏਗੀ ਉਹ ਇੰਨੀ ਸਟਰੋਂਗ ਹੋਏਗੀ ਕਿ ਬਹੁਤ ਜ਼ਿਆਦਾ ਕੰਮ ਕਰੇਗੀ। ਅੱਜ ਮੈਂ ਵੈਸੇ ਹੀ ਸੋਚ ਰਿਹਾ ਸੀਗਾ, ਜਿੱਦਾਂ ਕਿ ਇਹ ਚਾਈਨਾ ਤੋਂ ਆਇਆ, ਹੁਣ ਆਈ ਡੋਂਟ ਨੋ, ਇੱਕ ਫਿਲਾਸਫੀਕਲ ਹੈ, ਵਾਇਰਸ ਛੱਡੇ ਗਏ ਹੈ, ਇੱਦਾਂ ਤਾਂ ਨਹੀਂ ਕਿ ਜਨਰੇਸ਼ਨ ਜਿਹੜੇ ਬੱਚਿਆਂ ਨੂੰ ਕਾਵਾਸਾਕੀ ਸੀਗੀ ਇਹ ਬੱਚਿਆਂ ਨੂੰ ਹੋ ਜਾਵੇ ਤੇ ਬੱਚੇ ਹੀ ਉਸ ਕੰਟਰੀ ਦੇ ਨਾ ਆਪਣੇ ਆਪ ਹੀ ਉਹ ਡਾਊਨ ਹੋ ਗਿਆ। ਇਹ ਦੇਖੋ, ਇਹ ਪਤਾ ਨਹੀਂ ਲੱਗਦਾ ਪਿਆ ਜਿਹੜੀ ਹਾਲਾਤੇ ਲੀਕ ਹੋਇਆ ਕਿੱਦਾਂ ਹੋਇਆ, ਉਹ ਤਾਂ ਸਾਰੇ ਹੋਣਾ ਆ, ਬਟ ਇੱਕ ਕਿਸਮ ਦਾ ਬਾਇਓਲੋਜੀਕਲ ਜਿਹੜੇ ਚੀਜ਼ਾਂ ਨੂੰ ਵੀ ਸਾਰੇ ਦੇਖ ਰਹੇ ਆ, ਹਰ ਐਂਗਲ ਨਾਲ ਦੇਖ ਰਹੇ ਆ, ਤੇ ਤਾਂ ਕਿ ਇਹ ਸਾਰਾ ਠੀਕ ਹੋਵੇ, ਕੋਈ ਵੀ ਮਤਲਬ ਕਿ ਇਹਦਾ ਦਵਾਈ ਵੀ ਬਣੇ, ਕੰਟਰੀ ਵੀ ਸਾਰੇ ਪੀਸਫੁਲ ਰਹਿਣ, ਬਹੁਤੇ ਇਦਾਂ ਦੀਆਂ ਚੀਜ਼ਾਂ ਵਾਇਰਸ ਦੀਆਂ ਕੰਟੇਨ ਕਰਕੇ ਰੱਖਣ। ਜੀ ਡਾਕਟਰ ਸਾਹਿਬ, ਮਿਹਰਬਾਨੀ ਡਾਕਟਰ ਸਾਹਿਬ, ਤੁਸੀਂ ਇੰਨਾ ਸਮਾਂ ਦਿੱਤਾ, ਧੰਨਵਾਦ। ਇਹ ਸਨ ਡਾਕਟਰ ਜਸਪਾਲ ਸ਼ਰਮਾ, PGI ਦੇ ਦਿਲ ਦੇ ਰੋਗਾਂ ਦੇ ਵਿਭਾਗ ਦੇ ਮੁਖੀ, ਜਿਨ੍ਹਾਂ ਨੇ ਕਰੋਨਾ ਵਾਇਰਸ ਦੇ ਚਲਦਿਆਂ ਪੂਰੀ ਮਾਨਵਤਾ ਨੂੰ ਸੁਨੇਹਾ ਦਿੱਤਾ ਕਿ ਕਿਵੇਂ ਬਚਿਆ ਜਾ ਸਕਦਾ, ਆਪਣਾ ਭਵਿੱਖ ਕਿਵੇਂ ਬਚਾਇਆ ਜਾ ਸਕਦਾ। ਉਮੀਦ ਹੈ ਕਿ ਦਰਸ਼ਕ ਵੀ ਇਹਨਾਂ ਵਿਚਾਰਾਂ ਨੂੰ ਅੱਗੇ ਸ਼ੇਅਰ ਕਰਨਗੇ, ਕਿਉਂਕਿ ਅਸੀਂ ਮਾਨਵਤਾ ਦੇ ਨਾਂ ਦੇ ਉੱਤੇ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਲੋਕਾਂ ਤੱਕ ਲੈ ਕੇ ਜਾਈਏ। ਤੁਹਾਡੇ ਸਾਰਿਆਂ ਵੱਲੋਂ ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਡਾਕਟਰ ਸਾਹਿਬ ਦਾ ਧੰਨਵਾਦੀ ਹਾਂ, ਔਰ ਤੁਹਾਡੇ ਲਈ ਹਮੇਸ਼ਾ ਦੀ ਤਰ੍ਹਾਂ ਸੁਨੇਹਾ। ਅਗਲੇ ਹਫ਼ਤੇ ਆਪਾਂ ਕਿਸੇ ਹੋਰ ਅਹਿਮ ਹਸਤੀ ਨਾਲ ਕਰਾਂਗੇ ਮੁਲਾਕਾਤ। ਤਦ ਤੱਕ ਲਈ ਜਗਤਾਰ ਸਿੰਘ ਸਿੱਧੂ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਮਨੋਰੰਜਨ ਭਰਪੂਰ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਆਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।